ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਅੱਖਰਾਂ ਤੋਂ ਰਹਿਤ ਭਗਤੀ ਦਾ ਭੇਤ ਦਿੱਤਾ ਗਿਆ। ਉਹ ਭਗਤੀ ਜਿਹਨੂੰ ਕਿਸੇ ਭਾਸ਼ਾ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਕਹਿਣ ਦਾ ਭਾਵ ਜੋ ਭਗਤੀ ਅਸੀਂ ਕਰਨੀ ਹੈ ਗੁਰੂ ਨਾਨਕ ਦੇ ਘਰ ਨੇ ਦੱਸੀ ਹੈ। ਨਾ ਤਾਂ ਉਹਨੂੰ ਤੁਸੀਂ ਲਿਖ ਸਕਦੇ ਹੋ, ਨਾ ਪੜ੍ਹ ਸਕਦੇ ਹੋ, ਨਾ ਬੋਲ ਸਕਦੇ ਹੋ। ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਔਰ ਜਦੋਂ ਉਸ ਭਗਤੀ ਦੇ ਮੂਲ ਪਰਮਪਿਤਾ ਪਰਮਾਤਮਾ ਨੂੰ ਦੇਖਿਆ ਜਾਂਦਾ ਹੈ, ਜਦੋਂ ਮਨ ਵੇਖਣ ਦੀ ਅਵਸਥਾ ਦੇ ਵਿੱਚ ਹੁੰਦਾ ਹੈ, ਉਦੋਂ ਇਸ ਤਨ ਦੇ ਨੇਤਰਾਂ ਦੇ ਨਾਲ ਨਹੀਂ ਆਪਾਂ ਦੇਖ ਸਕਦੇ। ਮਨ ਦੇ ਨੇਤਰਾਂ ਦੇ ਨਾਲ ਅਕਾਲ ਪੁਰਖ ਨੂੰ ਦੇਖਿਆ ਜਾ ਸਕਦਾ। ਮਨ ਦੇ ਨੇਤਰ ਜਿਨ੍ਹਾਂ ਦੇ ਉੱਪਰ ਕਾਲ ਨੇ ਭਰਮ ਦਾ ਜਾਲ ਪਾ ਦਿੱਤਾ ਹੈ, ਵਿਸ਼ੇ ਵਿਕਾਰਾਂ ਦੀ ਮੈਲ ਚੜ ਗਈ ਹੈ, ਇਸ ਕਰਕੇ ਮਨ ਦੇ ਨੇਤਰ ਜਿਹੜੇ ਆ ਸੁੱਤੇ ਪਏ ਆ। ਇਹਨਾਂ ਨੂੰ ਜਾਗਰਤ ਕਰਨ ਦੀ ਲੋੜ ਹੈ। ਇਸੇ ਤਰੀਕੇ ਸਾਡੇ ਮਨ ਦੇ ਕੰਨ ਆ, ਉਹ ਵੀ ਸੁੱਤੇ ਪਏ ਆ, ਉਹ ਸੁਣਦੇ ਕੁਝ ਨਹੀਂ। ਇਸੇ ਤਰੀਕੇ ਮਨ ਦਾ ਮੁੱਖ ਹੈ। ਕਹਿਣ ਦਾ ਭਾਵ ਜੋ ਸਾਡੀਆਂ ਮਨ ਦੀਆਂ ਸੂਖਮ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਇਹ ਸੁੱਤੀਆਂ ਪਈਆਂ, ਇਹਨਾਂ ਦੀ ਤੁਹਾਨੂੰ ਪਹਿਚਾਣ ਹੈ ਨਹੀਂ। ਹੁਣ ਗੁਰਬਾਣੀ ਦੇ ਵਿੱਚ ਗੱਲ ਕਰ ਦਿੱਤੀ ਮਨ ਕਰਕੇ ਜਿਹੜੀ ਭਗਤੀ ਕਰਨੀ ਹੈ, ਜਿਹੜੀ ਅੱਖਰਾਂ ਦੇ ਵਿੱਚ ਹੈ ਹੀ ਨਹੀਂ, ਜਿਹਨੂੰ ਗੁਰਬਾਣੀ ਦੇ ਵਿੱਚ ਕਹਿੰਦੇ ਆ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ ਸ੍ਰੀ ਗੁਰ ਸਾਹਿਬ ਸਭ ਉਪਰ ਮਨ ਬਚ ਕਰਮ ਸੇਵੀਐ ਸੱਚਾ। ਕਹਿੰਦੇ ਜਿੰਨੀ ਦੇਰ ਤੱਕ ਉਹ ਕੁੰਡਲਨੀ ਜਿਹੜੀ ਆ, ਕੁੰਡਲਨੀ ਕਹਿ ਦਿੱਤਾ ਸੁਖਮਨ ਨੂੰ। ਸੁਖਮਨ ਨਾੜੀ ਜਿਹੜੀ ਹੈ ਸਾਡੇ ਸਰੀਰ ਦੇ ਰੀੜ੍ਹ ਦੀ ਹੱਡੀ ਦੇ ਸੈਂਟਰ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਕੁਦਰਤ ਪਾਸੋਂ। ਈੜਾ, ਪਿੰਗਲਾ ਔਰ ਸੁਖਮਣਾ ਇਹ ਤਿੰਨ ਨਾੜੀਆਂ ਹੈ। ਔਰ ਇਹ ਜਿਹੜੀ ਸੁਖਮਨ ਨਾੜੀ ਹੈ ਇਹ ਦੋਹਾਂ ਸਿਰਿਆਂ ਦਾ ਸੰਪਰਕ ਆਪਸ ਦੇ ਵਿੱਚ ਜੋੜਦੀ ਹੈ। ਇੱਕ ਸਿਰਾ ਹੈ ਨਾਭ ਕਾਠ ਦਾ, ਦੂਸਰਾ ਸਿਰਾ ਹੈ ਸਹਿਜ ਸੁਣ ਦੇ ਘਾਟ ਦਾ, ਸਾਡੇ ਨੇਤਰਾਂ ਦੇ ਦਰਮਿਆਨ। ਜਦੋਂ ਇਹ ਸੁਖਮਨ ਨਾੜੀ ਨਾਭੀ ਦੇ ਕੋਲ ਆ ਕੇ ਖਤਮ ਹੁੰਦੀ ਹੈ, ਸੰਪੂਰਨ ਹੁੰਦੀ ਹੈ, ਤੇ ਇੱਥੇ ਕੁਦਰਤੀ ਤੌਰ ਤੇ ਇਹ ਸੁਖਮਨ ਨਾੜੀ ਜਿਹੜੀ ਹੈ, ਜਿਵੇਂ ਹਰ ਇੱਕ ਚੀਜ਼ ਕੁਦਰਤ ਦੇ ਵਿੱਚ ਲਿਮਟ ਤੋਂ ਬਾਅਦ ਕੁਝ ਜ਼ਿਆਦਾ ਮਾਤਰਾ ਦੇ ਵਿੱਚ ਸਟੋਰ ਕਰਕੇ ਰੱਖੀ ਜਾਂਦੀ ਹੈ। ਜਿਵੇਂ ਜਿੰਨੇ ਸਾਨੂੰ ਪਾਣੀ ਦੀ ਲੋੜ ਹੈ ਉਹਨਾਂ ਪਾਣੀ ਸਾਨੂੰ ਦੇ ਦਿੱਤਾ ਹੈ, ਬਾਕੀ ਸਮੁੰਦਰਾਂ ਦੇ ਵਿੱਚ, ਪਹਾੜਾਂ ਦੇ ਵਿੱਚ ਤੇ ਆ ਖਾਲੀ ਖਲਾ ਸਮਾਨ ਵਿੱਚ ਸਟੋਰ ਕਰ ਦਿੱਤਾ। ਜਿੰਨੀ ਪਾਉਣ ਦੀ ਲੋੜ ਹੈ ਉਨੀ ਚੱਲਦੀ ਰਹਿੰਦੀ ਹੈ, ਬਾਕੀ ਆ ਖਾਲੀ ਖਲਾ ਮਹੀਲ ਦੇ ਵਿੱਚ ਸਟੋਰ ਕਰ ਦਿੱਤੀ। ਜਿੰਨੀ ਅਗਨ ਦੀ ਲੋੜ ਹੈ ਉਹ ਸੂਰਜ ਦੇ ਰਾਹੀਂ, ਹਵਾ ਦੇ ਰਾਹੀਂ ਸਾਨੂੰ ਪ੍ਰਾਪਤ ਹੋ ਰਹੀ ਹੈ, ਬਾਕੀ ਜਵਾਲਾਮੁਖੀ ਦੇ ਰੂਪ ਵਿੱਚ, ਪਤਾਲ ਵਿੱਚ, ਗੈਸਾਂ ਦੇ ਰੂਪ ਵਿੱਚ, ਕੁਝ ਪਹਾੜਾਂ ਦੇ ਵਿੱਚ ਫਸਲ ਸਟੋਰ ਕਰ ਦਿੱਤੀ। ਜ਼ਰੂਰਤ ਪੈਣ ਤੇ ਕੁਦਰਤ ਸੁੰਨ ਦੇ ਵਿੱਚੋਂ ਜਾਂ ਜਿੱਥੇ ਵੀ ਸਟੋਰ ਕੀਤਾ ਗਿਆ ਸਾਡੇ ਵਾਸਤੇ ਖਜ਼ਾਨਾ ਹੁੰਦਾ, ਉੱਥੋਂ ਕੱਢ ਲੈਂਦੀ। ਇਸੇ ਤਰੀਕੇ ਜਿੰਨੀ ਸੁਖਮਨ ਸਾਡੇ ਸਰੀਰ ਦੇ ਵਿੱਚ ਲੋੜ ਹੈ ਉਹਨਾਂ ਸਰਕਟ ਇਹ ਕੱਟਦੀ ਪਈ ਹੈ। ਬਾਕੀ ਦੀ ਵਾਧੂ ਜਿਹੜੀ ਸੁਖਮਨ ਆ ਇਹ ਨਾਭੀ ਦੇ ਆਲੇ ਦੁਆਲੇ ਜਿਹੜੀ ਹੈ ਇਹ ਸਟੋਰ ਕਰ ਦਿੱਤੀ ਗਈ ਹੈ। ਇਹ ਇੱਕ ਨਾਭੀ ਦੇ ਆਲੇ ਦੁਆਲੇ ਇਹ ਗੇੜੇ ਦਿੰਦੀ ਹੈ। ਉਹ ਜਦੋਂ ਇਹ ਗੇੜੇ ਦਿੰਦੀ ਹੈ ਤੇ ਗੁਰਮੁਖਾਂ ਨੇ ਦਿਵ ਦ੍ਰਿਸ਼ਟੀ ਦੁਆਰਾ ਜਦੋਂ ਉਦੋਂ ਕੋਈ ਐਕਸਰੇ
ਅਲਟਰਾਸਾਊਂਡ ਜਾਂ ਕੋਈ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ ਵੀ ਸਰੀਰ ਦਾ ਸਕੈਨ ਕਰ ਲੈਂਦੇ। ਇਹ ਮਨ ਨੂੰ ਹੀ ਸ਼ਬਦ ਦੀ ਕਮਾਈ ਦੁਆਰਾ ਜਗਾ ਕੇ ਮਨ ਦਾ ਤਾਂ ਗੁਰਮੁਖਾਂ ਨੇ ਭੇਤ ਲਿਆ, ਤਨ ਦੇ ਵਿੱਚ ਵੀ ਸਕੈਨਿੰਗ ਕਰ ਲੈਂਦੀ ਹੁੰਦੀ ਸੀ। ਤਨ ਦੇ ਅੰਦਰ ਕੀ ਵਿਚਰ ਰਿਹਾ, ਕਿਵੇਂ ਈੜਾ ਪਿੰਗਲਾ ਸੁਖਮਣਾ ਦਾ ਸੰਜੋਗ ਹੈ, ਕਿਵੇਂ ਤਨ ਦਾ ਇਲਾਜ ਕੀਤਾ ਜਾਵੇ, ਇਹ ਮਨ ਦੀ ਦ੍ਰਿਸ਼ਟੀ ਦੁਆਰਾ ਅੰਦਰ ਦੇਖ ਲੈਂਦੇ ਸੀ। ਜਦੋਂ ਦੇਖਿਆ ਤੇ ਇਹ ਸੁਖਮਣ ਜਿਹੜੀ ਹੈ ਨਾਭੀ ਦੇ ਆਲੇ ਦੁਆਲੇ ਚੱਕਰ ਕੱਟ ਕੇ ਫਾਲਤੂ ਰੂਪ ਦੇ ਵਿੱਚ ਰੱਖੀ ਹੋਈ ਹੈ, ਤੇ ਉਹਨਾਂ ਨੇ ਕਹਿੰਦੇ ਵੀ ਇਸ ਤਰੀਕੇ ਹੈ ਇਹ ਸੁਖਮਣ ਨੇ ਅੰਦਰ ਕੁੰਡਲ ਮਾਰੇ ਹੋਏ ਆ, ਜਿਵੇਂ ਇੱਕ ਨਾਗ ਹੁੰਦਾ ਹੈ ਉਹ ਕੁੰਡਲ ਮਾਰ ਦਿੰਦਾ ਹੈ। ਕਿਤੇ ਚੰਦਨ ਦਾ ਬੂਟਾ ਦੇਖਿਆ ਹੋਵੇ ਤੇ ਨਾਗ ਉਹਦੇ ਆਲੇ ਦੁਆਲੇ ਉਹਦੀ ਖੁਸ਼ਬੂ ਤੋਂ ਮੋਹਿਤ ਹੋ ਕੇ ਉਹਨੂੰ ਕੁੰਡਲ ਮਾਰ ਲੈਂਦਾ। ਕੁੰਡਲ ਤੋਂ ਭਾਵ ਆ ਗੇੜੇ ਦੇ ਦਿੰਦਾ। ਕਹਿੰਦੇ ਜਿਵੇਂ ਇੱਕ ਨਾਗ ਕੁੰਡਲੀ ਮਾਰ ਕੇ ਬਹਿੰਦਾ, ਕੁੰਡਲੀ ਤੋਂ ਭਾਵ ਆ ਆਪਦੇ ਸਰੀਰ ਨੂੰ ਲਪੇਟ ਲੈਂਦਾ, ਉਵੇਂ ਕਹਿੰਦੇ ਇਹ ਜਿਹੜੀ ਸੁਖਮਣ ਨਾੜੀ ਆ ਇਹਨੇ ਕੁੰਡਲੀ ਮਾਰੀ ਹੋਈ ਹੈ ਨਾਭ ਦੇ ਹੇਠਾਂ ਆਲੇ ਦੁਆਲੇ, ਧਰਮ ਦੇ ਆਲੇ ਦੁਆਲੇ, ਤਾਂ ਇਹਦਾ ਨਾਮ ਕੁੰਡਲਨੀ ਕਹਿ ਦਿੱਤਾ। ਕਈ ਕਹਿ ਦਿੰਦੇ ਆ ਕੁੰਡਲਨੀ ਜਾਗਰਤ ਕਰਨੀ, ਸੋ ਇਹਨੂੰ ਤਾਂ ਕੁੰਡਲਨੀ ਕਹਿ ਦਿੱਤਾ ਹੈ। ਤੇ ਇਹ ਕਹਿੰਦੇ ਕੁੰਡਲਨੀ ਕਿਆ ਦੂਜੇ ਬੰਨੇ ਸੁਖਮਨ ਨਾੜੀ ਨੂੰ ਕਹਿੰਦੇ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ। ਜਿੰਨੀ ਦੇਰ ਤੱਕ ਪੂਰੇ ਗੁਰੂ ਦੀ ਕਹਿੰਦੇ ਸੰਗ ਦੇ ਵਿੱਚ ਨਹੀਂ ਨਾ ਜਾਂਦੇ, ਇਹ ਕੁੰਡਲਨੀ ਜਿਹੜੀ ਹੈ ਇਹ ਪ੍ਰਗਟ ਨਹੀਂ ਹੁੰਦੀ, ਇਹ ਸੁਖਮਨ ਨਾੜੀ ਪ੍ਰਗਟ ਨਹੀਂ ਹੁੰਦੀ। ਇਹਦੇ ਪ੍ਰਗਟ ਹੋਣ ਤੋਂ ਭਾਵ ਆ ਇਹ ਪ੍ਰਗਟ ਹੁੰਦੀ ਹੈ ਜਦੋਂ ਇਹਦਾ ਮੁਖ ਖੁੱਲਦਾ ਹੈ ਤੇ ਇਹ ਮੁਖ ਦੇ ਵਿੱਚੋਂ ਇਹਦੇ ਸ਼ਬਦ ਨਿਕਲਦਾ ਹੈ। ਉਹ ਅਨਹਦ ਸ਼ਬਦ ਜਿਹੜਾ ਜਪਿਆ ਨਹੀਂ ਜਾ ਸਕਦਾ, ਸਿਰਫ ਸੁਣਿਆ ਜਾ ਸਕਦਾ, ਉਹਨੂੰ ਆਪਾਂ ਕਹਿੰਦੇ ਆ ਅਜਪਾ ਜਾਪ, ਜਿਹੜਾ ਨਾ ਮਨ ਕਰਕੇ ਜਪਿਆ ਜਾਵੇ ਨਾ ਤਨ ਕਰਕੇ ਜਪਿਆ ਜਾਵੇ। ਦੁਨਿਆਵੀ ਭਾਸ਼ਾ ਦੇ ਜਿਹੜੇ ਜਾਪ ਨੇ ਇਹ ਆਪਾਂ ਮਨ ਕਰ ਤਨ ਦੀ ਜੀਭਾ ਨਾਲ ਜਪਦੇ ਆ। ਜਿਵੇਂ ਮੈਂ ਭਾਸ਼ਾ ਬੋਲਦਾ ਪਿਆ ਮੇਰੀ ਜੀਭਾ ਦੁਆਰਾ, ਜੇ ਇਹ ਜੀਭਾ ਬੰਦ ਕਰ ਲੂੰਗਾ ਤੇ ਮਨ ਕਰਕੇ ਵੀ ਆਪਾਂ ਜਪ ਸਕਦੇ। ਪਰ ਜਿਹੜਾ ਅਨਹਦ ਸ਼ਬਦ ਹੈ ਉਹ ਜਪਿਆ ਨਹੀਂ ਜਾ ਸਕਦਾ, ਉਹ ਸਿਰਫ ਸੁਣਨ ਦੇ ਵਿੱਚ ਆਉਂਦਾ। ਸੁਣਨ ਦੇ ਵਿੱਚ ਆਵਾਜ਼ ਕਿਵੇਂ ਦੀ ਹੈ, ਉਹ ਸਿਰਫ ਅਨੁਭਵੀ ਹੋ ਸਕਦੀ ਹੈ। ਤਾਂ ਹੀ ਜੋ ਅਨਹਦ ਸ਼ਬਦ ਦੀ ਜਾਂ ਜਿਹੜਾ ਅੰਮ੍ਰਿਤ ਰਸ ਗੁਰਮੁਖ ਪੀਂਦੇ ਆ ਮੁਖ ਦੁਆਰਾ, ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾਕਾ ਸੁਹਾਗ, ਅੰਮ੍ਰਿਤ ਰਸ ਤਿਨ ਪਾਇਆ ਥਿਰ ਜਾਕਾ ਸੁਹਾਗ, ਜਿਨ੍ਹਾਂ ਦਾ ਸੁਹਾਗ ਥਿਰ ਹੋ ਜਾਂਦਾ ਹੈ, ਭਾਵ ਕਿ ਜਿਨ੍ਹਾਂ ਨੇ ਆਪਦੇ ਨੈਣਾ ਦੀ ਜੋਤ ਦਾ ਇਸਤੇਮਾਲ ਕਰਕੇ ਮਾਲਕ ਦੇ ਨਾਲ ਗੰਢ ਲਈ ਹੈ, ਨੈਣਾ ਦੀ ਜੋਤ ਮਾਲਕ ਦੀ ਜੋਤ ਵਿੱਚ ਮਿਲਾ ਦਿੱਤੀ ਹੈ, ਇਹਨਾਂ ਨੇਤਰਾਂ ਦੀ ਜੋਤ, ਉਹਨਾਂ ਦਾ ਸੁਹਾਗ ਥਿਰ ਹੋ ਜਾਂਦਾ। ਤੇ ਇਸ ਕਰਕੇ ਜੋ ਪਰਮੇਸ਼ਰ ਜੀ ਦੇ ਮਿਲਾਪ ਦਾ ਅਨੁਭਵ ਹੈ, ਜੋ ਸੁਖਮਨ ਦਾ ਸ਼ਬਦ ਹੈ, ਜੋ ਅੰਮ੍ਰਿਤ ਰਸ ਹੈ, ਇਹ ਸੂਖਮ ਅਵਸਥਾਵਾਂ ਦਾ ਆਨੰਦ ਗੁਰਬਾਣੀ ਦੇ ਵਿੱਚ ਗੂੰਗੇ ਦੀ ਮਠਿਆਈ ਦੀ ਨਿਆਈ ਕਹਿ ਦਿੱਤਾ ਵੀ ਇੱਕ ਗੂੰਗੇ ਪੁਰਸ਼ ਨੂੰ ਤੁਸੀਂ ਮਠਿਆਈ ਖਵਾ ਦਿਓ ਬਹੁਤ ਸਵਾਦਿਸ਼ਟ, ਤੇ ਤੁਸੀਂ ਉਸ ਤੋਂ ਬਾਅਦ ਉਹਦੇ ਤੋਂ ਜਾਣਕਾਰੀ ਲੈਣੀ ਚਾਹੋ ਵੀ ਇਹ ਮਠਿਆਈ ਕਿੰਨੀ ਕੁ ਸਵਾਦ ਹੈ, ਤੇ ਉਹ ਵਿਚਾਰਾ ਮੁੱਖੋਂ ਬੋਲ ਕੇ ਨਹੀਂ ਤੁਹਾਨੂੰ ਦੱਸ ਸਕਦਾ। ਹਾਂ, ਪ੍ਰਤੀਕਿਰਿਆ ਦੇਗਾ, ਹਿਣਕੇਗਾ ਜ਼ਰੂਰ, ਤੇ ਉਵੇਂ ਨਹੀਂ ਦੱਸ ਸਕਦਾ ਵੀ ਇਹ ਕੀ ਸਵਾਦ ਸੀ। ਇਹ ਤਰੀਕੇ ਗੁਰਮੁਖ ਜਿਹੜੇ ਆ, ਇਹ ਜਿਹੜੇ ਸ਼ਬਦਾਂ ਦੇ ਵਿੱਚ ਸਾਨੂੰ ਗਿਆਨ ਦਿੰਦੇ ਆ, ਜਿਹਨੂੰ ਆਪਾਂ ਅਕਥ ਕਥਾ ਕਹਿ ਦਿੰਦੇ ਆ। ਗੁਰਬਾਣੀ ਦੇ ਵਿੱਚ ਕਹਿੰਦੇ ਵੀ ਇਹ ਹੀ ਨਾ ਸੋਚ ਲਿਓ ਵੀ ਜੋ ਇਹ ਕਹਿੰਦੇ ਪਏ ਨੇ ਇੰਨਾ ਹੀ ਗਿਆਨ। ਇਹ ਤਾਂ ਜਿਵੇਂ ਇੱਕ ਗੂੰਗਾ ਆਪ ਦੀ ਭਾਸ਼ਾ ਦੇ ਵਿੱਚ ਆਵਾਜ਼ਾਂ ਕੱਢਦਾ, ਉਹ ਬੋਲ ਤਾਂ ਸਕਦਾ ਨਹੀਂ ਪਰ ਉਹ ਥੋੜੀ ਮੋਟੀ ਆਵਾਜ਼ ਦੇ ਕੇ ਪ੍ਰਤੀਕਿਰਿਆ ਦੇ ਦਿੰਦਾ। ਇਹ ਕਥਾ ਤਾਂ ਸਿਰਫ ਇੰਨੀ ਕੀ ਸਮਝੋ, ਜੋ ਆਨੰਦ ਹੈ ਉਹਦਾ ਕਥਾ ਦੇ ਵਿੱਚ ਬਿਆਨ ਨਹੀਂ ਹੋ ਸਕਦਾ। ਜੋ ਅਨਹਦ ਨਾਦ ਨੂੰ ਸੁਣਨ ਦਾ ਆਨੰਦ ਹੈ ਨਾ, ਜਿਵੇਂ ਅੱਜ ਕੱਲ ਅਨਹਦ ਨਾਦ ਦੀ ਕਥਾ ਗੁਰਮੁਖ ਬਹੁਤ ਜ਼ਿਆਦਾ ਜਗਿਆਸੂ ਹੋ ਚੁੱਕੇ ਆ, ਤੇ ਬਹੁਤ ਜ਼ਿਆਦਾ ਗੁਰਮੁਖ ਅਨਹਦ ਨਾਦ ਅੰਮ੍ਰਿਤ ਰਸ ਦੀ ਕਥਾ ਔਰ ਪ੍ਰਕਾਸ਼ ਸੱਚ ਦੀ ਗੱਲਾਂ ਬਾਤਾਂ ਕਰਨ ਲੱਗ ਗਏ। ਮਹਾਰਾਜ ਨੇ ਕਿਰਪਾ ਕੀਤੀ, ਕਲਯੁਗ ਦੇ ਵਿੱਚ ਖਜ਼ਾਨਾ ਖੋਲ ਦਿੱਤਾ। ਤੇ ਆਮ ਤੌਰ ਤੇ ਗੁਰਮੁਖ ਇਹ ਕਥਾ ਨੂੰ ਸੁਣ ਕੇ ਇੱਕ ਰੁੱਖਾਪਨ ਜਿਹਾ ਲਿਆ ਦਿੱਤਾ ਗਿਆ, ਤੇ ਜਣਾ ਕਣਾ ਹੀ ਵੀ ਜਿੰਨੇ ਆਨੰਦ ਨਹੀਂ ਵੀ ਲਿਆ, ਜਿੰਦੇ ਅੰਦਰੋਂ ਕੋਈ ਪ੍ਰਤੀਕਿਰਿਆ ਨਹੀਂ ਵੀ, ਉਹ ਵੀ ਵਿਚਾਰੇ ਕਥਾ ਕਰ ਕਰਕੇ ਕਹੀ ਜਾਂਦੇ ਆ ਹਾਂ ਜੀ ਕੁੰਡਲਨੀ ਨਾਦ ਸੱਚ। ਪਰ ਅਸਲ ਦੇ ਵਿੱਚ ਗੁਰਮੁਖੋ ਗੱਲ ਇਹ ਆ ਵੀ ਜਿਹੜਾ ਨਾਦ ਸੱਚ ਅੰਮ੍ਰਿਤ ਰਸ ਅੰਦਰੋਂ ਆਉਣ ਲੱਗ ਗਿਆ ਨਾ, ਉਹ ਤਾਂ ਮੁੱਖ ਹੀ ਚੁੱਪ ਹੋ ਜਾਂਦੇ। ਇੰਨਾ ਆਨੰਦ ਦੇ ਬਿਆਨ ਨਹੀਂ ਹੋ ਸਕਦਾ, ਇਸ ਮੁੱਖ ਦੁਆਰਾ ਤਾਂ ਬਿਆਨ ਨਹੀਂ ਹੋ ਸਕਦਾ, ਸਿਰਫ ਅਨੁਭਵ ਕੀਤਾ ਜਾ ਸਕਦਾ।
क्योंकि एक ਜਿਹੜੀ ਭਗਤੀ ਹੈ ਉਹ ਹੈ ਹੀ ਭਾਸ਼ਾ ਤੋਂ ਰਹਿਤ ਆ, ਤ੍ਰੈ ਗੁਣਾ ਤੋਂ ਰਹਿਤ ਆ, ਅਨੁਭਵ ਦੀ ਭਗਤੀ ਆ। ਔਰ ਜਿਨ੍ਹਾਂ ਨੇ ਪ੍ਰੈਕਟੀਕਲ ਕਰਨਾ ਉਹਨਾਂ ਨੂੰ ਤਾਂ ਪਤਾ ਲੱਗ ਸਕਦਾ ਵੀ ਇਹ ਭਗਤੀ ਜਿਹੜੀ ਹੈ ਕਿੰਨਾ ਕੁ ਜਿਹੜਾ ਆਨੰਦ ਦਿੰਦੀ ਹੈ। ਕਈ ਅੱਖਰੀ ਗਿਆਨ ਦੇ ਵਿੱਚ ਹੀ ਫਸੇ ਹੁੰਦੇ ਵਿਚਾਰੇ, ਸਿਰਫ ਅੱਖਰਾਂ ਦੁਆਰਾ ਹੀ ਬੁੱਝਣਾ ਚਾਹੁੰਦੇ ਨੇ। ਕਾਫੀ ਗੁਰਮੁਖ ਵਿਚਾਰੇ ਐਸੇ ਹੈ ਜੇ ਜੋ ਹੰਸਾਂ ਨੂੰ ਵੇਖ ਕੇ ਉਹਨਾਂ ਦੇ ਮਨ ਦੇ ਵਿੱਚ ਚਾਉ ਪੈਦਾ ਹੋ ਜਾਂਦਾ ਹੈ। ਬਗਲੇ ਦੀ ਨਿਆਈ ਦਿੱਤਾ ਹੋਇਆ ਵੀ ਜਿਹੜਾ ਬਗਲਾ ਹੁੰਦਾ ਹੈ ਉਹਦੀ ਚਾਲ ਹੁੰਦੀ ਹੈ 2 ਮੀਲ ਦੀ, ਵੀ ਜੇ ਇੱਕ ਵਾਰੀ ਉਹ ਤੈਰਨ ਲੱਗੇ ਪਾਣੀ ਦੇ ਵਿੱਚ 2-3 ਮੀਲ ਜਾ ਕੇ ਉਹ ਥੱਕ ਜਾਂਦਾ। ਹੰਸ ਇੱਕ ਐਸਾ ਪੰਛੀ ਹੈ ਜੋ ਪਾਣੀ ਦੇ ਵਿੱਚ ਹੈ ਔਰ ਉਹ ਲਗਾਤਾਰ ਜੇ ਉਹ ਚੱਲੇ ਆਪਦਾ ਖਾਣਾ ਵਿੱਚੋਂ ਚੁਗਦਾ ਜਾਂਦਾ ਤੇ 300 ਮੀਲ ਤੱਕ ਉਹ ਚੱਲ ਜਾਂਦਾ। ਤੇ ਹੰਸ ਤੇ ਬਗਲਾ ਦਿਖਣ ਨੂੰ ਥੋੜੇ ਥੋੜੇ ਇੱਕੋ ਜਿਹੇ ਹੁੰਦੇ ਆ। ਇਸੇ ਤਰੀਕੇ ਜੋ ਉਹਨਾਂ ਦੇ ਗੁਣ ਨੇ ਉਹ ਅਲੱਗ ਹੁੰਦੇ ਨੇ, ਉਹਨਾਂ ਦੀ ਚਾਲ ਵੀ ਅਲੱਗ ਹੁੰਦੀ ਹੈ। ਤੇ ਇਹ ਜਿਹੜੇ ਗੁਰਮੁਖਾਂ ਦੀ ਕਥਾ ਹੁੰਦੀ ਹੈ, ਗੁਰਮੁਖ ਕਥਾ ਹੀ ਜਿਹੜੀ ਆ ਉਹ ਨਾਦ ਤੋਂ, ਸੱਚ ਤੋਂ, ਅੰਦਰ ਅਨੁਭਵ ਤੋਂ ਸ਼ੁਰੂ ਕਰਦੇ ਆ। ਤੇ ਮਨਮੁਖ ਵੀ ਜਿਹੜੇ ਹੁੰਦੇ ਆ ਉਹਨਾਂ ਨੇ ਅੰਦਰ ਦੀ ਕਥਾ ਦਾ ਪ੍ਰੈਕਟੀਕਲ ਤਾਂ ਕੀਤਾ ਨਹੀਂ, ਕਿਉਂਕਿ ਇਹ ਕਥਾ ਉਹ ਕਰ ਸਕਦਾ ਜਿੰਦਾ ਅੰਦਰੋਂ ਪ੍ਰੈਕਟੀਕਲ ਹੈ। ਜਿੰਨਾ ਵੀ ਹੈ, ਚਾਹੇ ਥੋੜਾ ਹੈ ਤਾਂ ਉਹ ਥੋੜੀ ਕਰੇਗਾ, ਜਿੱਥੋਂ ਤੱਕ ਵੀ ਆਕਾਸ਼ ਤੱਤ ਤੱਕ ਉਹਦਾ ਪ੍ਰੈਕਟੀਕਲ ਆਕਾਸ਼ ਤੱਤ ਦੀ ਗੱਲ ਕਰੇਗਾ, ਥਿਰ ਘਰ ਤੱਕ ਪ੍ਰੈਕਟੀਕਲ ਹੈ ਤਾਂ ਉਹ ਥਿਰ ਘਰ ਦੀ ਗੱਲ ਕਰੇਗਾ, ਸੱਚੇ ਮਹਿਲ ਸੂਖ ਮਹਿਲ ਤੱਕ ਦਾ ਪ੍ਰੈਕਟੀਕਲ ਹੈ ਤਾਂ ਉੱਥੋਂ ਦੀ ਗੱਲ ਕਰੇਗਾ। ਹੁਣ ਮਨਮੁਖ ਦਾ ਤਾਂ ਪ੍ਰੈਕਟੀਕਲ ਹੁੰਦਾ ਨਹੀਂ, ਉਹ ਤਾਂ ਅੱਖਰੀ ਗਿਆਨ ਉਹਨੇ ਯਾਦ ਕੀਤੇ ਆ, ਕਿਤਾਬਾਂ ਯਾਦ ਕੀਤੀਆਂ, ਜਾਮ ਤੌਰ ਤੇ ਟੀਕੇ ਸਹਿਤ ਵਿਆਕਰਨ ਨੇ ਯਾਦ ਕੀਤੀ ਹੁੰਦੀ ਹੈ। ਤੇ ਇਹ ਕਥਾ ਸੁਣ ਕੇ ਉਹਨਾਂ ਨੂੰ ਵੀ ਚਾਅ ਹੁੰਦਾ ਤੇ ਉਹ ਵੀ ਫਿਰ ਜਿਦਾ ਜਿਦਾਈ ਕਰਨ ਲੱਗ ਜਾਂਦੇ ਆ। ਤੇ ਇਹ ਕਥਾ ਜਿਹੜੀ ਆ ਇਹ ਜਿੱਦਣ ਦਾ ਟੌਪਿਕ ਨਹੀਂ। ਦੁਨਿਆਵੀ ਤੌਰ ਤੇ ਇਤਿਹਾਸ ਦੀਆਂ ਵਿਚਾਰਾਂ ਨੂੰ ਲੈ ਕੇ, ਦੁਨਿਆਵੀ ਵਿਚਾਰਾਂ ਨੂੰ ਲੈ ਕੇ ਤੁਸੀਂ ਜਿੱਦ ਸਕਦੇ ਹੋ, ਇੱਕ ਦੂਜੇ ਦੇ ਨਾਲ ਤਰਕ ਕਰ ਸਕਦੇ ਹੋ, ਪਰ ਇਸ ਕਥਾ ਦੇ ਵਿੱਚ ਤਾਂ ਤਰਕ ਹੈ ਹੀ ਨਹੀਂ, ਜਿੱਦ ਹੈ ਹੀ ਨਹੀਂ, ਧੜਾ ਹੈ ਹੀ ਨਹੀਂ। ਜੇ ਕੋਈ ਪ੍ਰੈਕਟੀਕਲ ਕਰਦਾ ਤਾਂ ਇਹ ਤਾਂ ਹੈ ਨਹੀਂ ਵੀ ਮੇਰੇ ਵਿੱਚ ਸੁਖਮਨ ਨਾੜੀ ਹੈ ਤੇ ਦੂਸਰੇ ਵਿੱਚ ਨਾ ਹੋਏਗੀ, ਮੈਂ ਤਾਂ ਜਿੱਦਾਂ ਵੀ ਮੇਰੇ ਵਿੱਚ ਤਾਂ ਹੈ ਹੀ ਨਹੀਂ। ਇਹ ਤਾਂ ਹੈ ਨਹੀਂ ਵੀ 10ਵਾਂ ਘਰ ਇੱਕ ਵਿੱਚ ਹੈ ਦੂਜੇ ਵਿੱਚ ਨਹੀਂ। ਇਹ ਤਾਂ ਹੈ ਨਹੀਂ ਵੀ ਇੱਕ ਵਿੱਚ ਮਾਲਕ ਦਾ ਪ੍ਰਕਾਸ਼ ਅਲੱਗ ਰੰਗ ਦਾ, ਦੂਜੇ ਵਿੱਚ ਅਲੱਗ। ਇਹ ਕਥਾ ਇੱਕ ਹੀ ਹੈ। ਇਸ ਕਥਾ ਵਿੱਚ ਤਾਂ ਜੋ ਜਾਂਦਾ ਹੈ ਉਹ ਮੋਹਿਤ ਹੋ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਹੰਸਾਂ ਵੇਖ ਤਰੰਦਿਆਂ ਬੱਗਾ ਵੀ ਆਇਆ ਚਾਉ, ਪਰ ਕਹਿੰਦੇ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ। ਹੰਸ ਜਿਹੜੇ ਨੇ ਉਹਨਾਂ ਦੀ ਚਾਲ ਬੜੀ ਨਿਰਾਲੀ ਹੁੰਦੀ। ਗੁਰਮੁਖ ਜਿਹੜੇ ਆ ਬੜੀ ਨਿਰਾਲੀ ਚਾਲ ਆ, ਦੁਨਿਆਵੀ ਵਿੱਚ ਰਹਿੰਦੇ ਹੋਏ ਉਹ ਜਦੋਂ ਦੁਨਿਆਵੀ ਗੱਲਾਂ ਵੀ ਕਰਦੇ ਆ ਉਹਨਾਂ ਨੇ ਸੱਚ ਦੀਆਂ ਗੱਲਾਂ ਕਰਨੀਆਂ, ਸੱਚ ਦੇ ਨਾਲ ਰਿਲੇਟਡ, ਕਿਉਂਕਿ ਉਹ ਸਾਰਾ ਦਿਨ ਗੰਢੇ ਹੋਏ, ਸੱਚ ਦੇ ਸਨਮੁਖ ਹੋ ਗਏ। ਜੋ ਉਹਨਾਂ ਨੇ ਕਥਾ ਸੁਣਾਉਣੀ ਹੈ ਉਹ ਇਹ ਸੁਣਾਉਣੀ ਹੈ ਵੀ ਗੁਰਮੁਖੋ ਤੁਸੀਂ ਜਿਹੜੇ ਆਪਦੇ ਮਨ ਦੀ ਸੁਰਤੀ ਨੂੰ ਇਕਾਗਰ ਕਰੋ ਤੇ ਧਿਆਨ ਦੀ ਅਵਸਥਾ ਵਿੱਚ ਆਓ, ਫਿਰ ਤੁਸੀਂ ਮਾਲਕ ਨਾਲ ਮਿਲਾਪ ਕਰ ਸਕਦੇ। ਧਿਆਨ ਦੀ ਅਵਸਥਾ ਵਿੱਚ ਆ ਕੇ ਤੁਸੀਂ ਅੰਦਰ ਜਿਹੜਾ ਤੁਹਾਡਾ ਨਾਦ ਚੱਲਦਾ ਪਿਆ, ਤੁਹਾਡੇ ਅੰਦਰ ਸ਼ਬਦ ਸੂਖਮ ਆਵਾਜ਼ ਚੱਲਦੀ ਹੈ, ਉਹਦੇ ਵਿੱਚ ਸੁਰਤੀ ਰਲਾਓ। ਸੁਰਤੀ ਰਲਾਉਣਾ, ਉਹਨੂੰ ਸੁਣਨਾ ਆਰੰਭ ਕਰੋ ਤੇ ਉੱਥੋਂ ਤੁਹਾਡੀ ਫਿਰ ਜਿਹੜੀ ਜੀਵਨ ਯਾਤਰਾ, ਭਗਤੀ ਯਾਤਰਾ ਸ਼ੁਰੂ ਹੋ ਜਾਏ। ਹੁਣ ਬਗਲੇ ਜਿਹੜੇ ਆਮ ਤੌਰ ਤੇ ਦੁਨਿਆਵੀ ਉਹ ਜਿੱਦੇ ਰਹਿੰਦੇ ਆ। ਆਮ ਤੌਰ ਤੇ ਕਾਫੀਆਂ ਨੂੰ ਇਹ ਗਿਆਨ ਹੋ ਗਿਆ ਸੰਤਾਂ ਮਹਾਂਪੁਰਸ਼ਾਂ ਦੀ ਗੱਲਾਂ ਸੁਣ ਕੇ, ਫਿਰ ਉਹ ਸਿਰਫ ਵਿਤਰਕ ਤੌਰ ਤੇ ਜਿੱਦੀ ਜਾਂਦੇ ਨੇ, ਆਹ ਦੱਸੋ ਜੀ, ਸੁਖਮਨ ਦੱਸੋ ਜੀ, ਇਹ ਕਿੱਥੇ ਖੁੱਲਦੀ ਆ, ਉਹ ਕਿੱਥੇ ਖੁੱਲਦੀ। ਮਤਲਬ ਗੁਰਮੁਖੋ ਇਹ ਜਿਹੜੀ ਕਥਾ ਹੈ ਇਹ ਯਾਦ ਕਰਨ ਦੀ ਨਹੀਂ ਹੈਗੀ। ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੁੰਦਾ, ਇਹ ਕਥਾ ਨੂੰ ਸੁਣ ਕੇ ਤੁਸੀਂ ਖੋਜ ਕਰਨੀ ਹੈ, ਤੁਸੀਂ ਗੁਰਮੰਤਰ ਦਾ ਅਭਿਆਸ ਕਰਨਾ ਹੈ, ਸੁਣ ਵਿੱਚ ਬੈਠਣਾ ਹੈ। ਇਹ ਕਥਾ ਤੁਹਾਨੂੰ ਤਾਂ ਸੁਣਾਈ ਜਾ ਰਹੀ ਹੈ ਵੀ ਤੁਸੀਂ ਇਸ ਕਥਾ ਦੇ ਵਿੱਚੋਂ ਲੱਭ ਕੇ, ਖੋਜ ਕਰਕੇ ਆਪ ਫਿਰ ਅੰਦਰ ਬੈਠਣਾ ਸਿੱਖ ਜਾਓ। ਇਹ ਕਥਾ ਇਸ ਕਰਕੇ ਸੁਣਾਈ ਜਾ ਰਹੀ ਹੈ ਵੀ ਜਿਹੜੇ ਭੁੱਲੇ ਹੋਏ ਮਨ ਨੇ, ਜਿਹੜੀ ਅਗਿਆਨਤਾ ਛਾਈ ਹੋਈ ਆ, ਸਾਨੂੰ ਪਤਾ ਹੀ ਨਹੀਂ ਹੈਗਾ ਵੀ ਸਾਡੇ ਅੰਦਰ ਨਾਮ ਦਾ, ਅੰਮ੍ਰਿਤ ਰਸ ਦਾ ਖਜ਼ਾਨਾ ਹੈ। ਸਾਨੂੰ ਪਤਾ ਨਹੀਂ ਹੈਗਾ ਕਿ ਪਰਮੇਸ਼ਰ ਸਾਡੇ ਮਸਤਕ ਤੇ ਆ, ਸਾਡੇ ਅੰਦਰ ਬੈਠਾ ਹੈ। ਇਹ ਤਾਂ ਵਾਰ-ਵਾਰ ਸੁਣਾਈ ਜਾਂਦੀ ਵੀ ਤੁਸੀਂ ਸਾਰੇ ਸੁਣ ਕੇ ਤੇ ਤੁਸੀਂ ਵੀ ਖੋਜਣਾ ਸ਼ੁਰੂ ਕਰ ਦਿਓ। ਤੁਹਾਡੀ ਖੋਜ ਨੂੰ ਸ਼ੁਰੂ ਕਰਾਉਣ ਵਾਸਤੇ ਕਥਾ ਹੁੰਦੀ ਪਈ ਹੈ। ਸੰਸਾਰ ਦੀ ਕਥਾ ਤਾਂ ਇੱਕ ਦੂਜੇ ਨੂੰ ਗਿਆਨੀ ਬਣਾਉਣ ਵਾਸਤੇ ਕੀਤੀ ਜਾਂਦੀ ਹੈ।
ਇਹ ਕਥਾ ਤੁਹਾਨੂੰ ਅੰਦਰਲਾ ਗਿਆਨੀ ਬਣਾਉਣਾ ਵੀ ਤੁਸੀਂ ਆਪਦੇ ਅੰਦਰੋਂ ਗਿਆਨ ਲਵੋ, ਤੁਸੀਂ ਖੋਜ ਸ਼ੁਰੂ ਕਰ ਦਿਓ। ਕਥਾ ਸੁਣੋ, ਆਪਦੇ ਵਿਚਾਰਾਂ ਨੂੰ ਛੱਡੋ, ਅੰਤਰਗਤ ਬਹਿ ਜਾਓ। ਕਿੱਥੇ ਬੈਠਣਾ ਹੈ? ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ, ਆਹ ਕਬੀਰ ਮਟ ਕੀਆ ਖੋਜਤ ਮੁੰਜਨ ਬਾਟ। ਹੁਣ ਕਈ ਵਾਰੀ ਗੁਰਮੁਖੋ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਬੋਲਨੇ ਆ, ਗੁਰਬਾਣੀ ਅਥਾਹ ਸਮੁੰਦ ਸਾਗਰ ਨੇ, ਕਥਾ ਵਿਚਾਰ ਕਰਦੇ ਆ, ਗੁਰਬਾਣੀ ਗੁਰੂ ਦੀਆਂ ਪੰਕਤੀਆਂ ਵਿੱਚ ਗਲਤੀ ਹੋ ਜਾਂਦੀ। ਜਿਵੇਂ ਮੈਂ ਹੁਣ ਇਹ ਸ਼ਬਦ ਹੈ ਤਾਂ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ, ਤਾਂ ਕਬੀਰੇ ਮਟ ਕੀਆ ਖੋਜਤ ਮੁੰਜਨ ਬਾਤ। ਕਈ ਵਾਰੀ ਮੂੰਹ ਨਿਕਲ ਜਾਂਦਾ ਤਾਂ ਕਬੀਰੇ ਮਜਨ ਕੀਆ। ਮਜਨ ਤੋਂ ਭਾਵ ਹੁੰਦਾ ਇਸ਼ਨਾਨ ਕਰਨਾ, ਮਟ ਤੋਂ ਭਾਵ ਹੁੰਦਾ ਉੱਥੇ ਥਿਰ ਬੈਠਣਾ, ਬੈਠ ਕੇ ਇਸ਼ਨਾਨ ਕਰਨਾ। ਮਤਲਬ ਸ਼ਬਦ ਦਾ ਵਿਚਾਰਧਾਰਾ ਤਾਂ ਉਹੀ ਹੁੰਦੀ ਹੈ, ਪਰ ਕਈ ਵਾਰੀ ਗਲਤ ਹੋ ਜਾਂਦਾ ਹੈ। ਪਰ ਉਹ ਆਮ ਜਿਹੜਾ ਗਿਆਨ ਜਿਹੜਾ ਤਾਂ ਪ੍ਰੈਕਟੀਕਲ ਕਰਦਾ ਹੈ, ਉਹ ਇਸ ਚੀਜ਼ ਨੂੰ ਜ਼ਿਆਦਾ ਮਹਿਸੂਸ ਨਹੀਂ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਸ਼ਬਦ ਕਿਸ ਕਰਕੇ ਬੋਲਦੇ ਨੇ, ਵੀ ਅਸੀਂ ਸੁਣਦੇ ਇੱਥੇ ਘਾਟ ਤੇ ਬਹਿ ਕੇ ਧਿਆਨ ਲਾਉਣਾ। ਜਿਹੜੇ ਜੀਵ ਦਾ ਪ੍ਰੈਕਟੀਕਲ ਨਹੀਂ ਹੁੰਦਾ, ਵੈਸੇ ਤਾਂ ਜੋ ਨਿਯਮ ਬਣਦਾ ਉਹ ਤਾਂ ਗੁਰਬਾਣੀ ਸ਼ੁੱਧ ਬੋਲਣ ਦਾ ਨਿਯਮ ਬਣਦਾ ਹੈ। ਪਰ ਠੀਕ ਹੈ, ਜੇ ਕਿਤੇ ਗਲਤੀ ਨਾਲ ਕੋਈ ਵਾਰ ਵਕਤਾ ਜਿਹੜਾ ਹੈ ਜਾਂ ਕੋਈ ਪ੍ਰਚਾਰਕ ਗੁਰਬਾਣੀ ਨਹੀਂ ਵੀ ਬੋਲ ਰਿਹਾ ਤੇ ਉਹਦਾ ਢੰਗ ਜਿਹੜਾ ਹੈ ਗੱਲ ਸਮਝਾਉਣ ਦਾ ਠੀਕ ਹੈ, ਪਰ ਬੋਲਣ ਦੇ ਵਿੱਚ ਸ਼ਬਦ ਕੋ ਰਹਿ ਜਾਂਦਾ ਤੇ ਉੱਥੇ ਆਪਾਂ ਨਫ਼ਰਤ ਨਹੀਂ ਕਰਨੀ ਹੁੰਦੀ। ਉੱਥੇ ਆਪਾਂ ਬੜੇ ਪਿਆਰ ਦੇ ਨਾਲ ਇੱਕ ਦੂਜੇ ਨੂੰ ਸਮਝਾਉਣਾ ਹੁੰਦਾ। ਜਦੋਂ ਆਪਾਂ ਟੀਚਰ ਦੇ ਭਾਵ ਦੇ ਵਿੱਚ ਆ ਜਾਂਦੇ ਆ, ਵੇਖੋ ਇਹ ਤਾਂ ਗੁਰਬਾਣੀ ਬੜੀ ਗਲਤ ਬੋਲਦੇ ਆ, ਤੇ ਆਮ ਤੌਰ ਤੇ ਜੇ ਤੁਸੀਂ ਵੇਖੋ ਤੇ ਗੁਰਬਾਣੀ ਦਾ ਜਿਹੜਾ ਭਾਵ ਹੁੰਦਾ ਹੈ ਮੁੱਖ ਰੂਪ ਦੇ ਵਿੱਚ ਆਪਾਂ ਉਹ ਸਮਝਣਾ ਹੁੰਦਾ ਹੈ ਵੀ ਗੁਰਬਾਣੀ ਦਾ ਭਾਵ ਕੀ ਹੈ। ਜੇ ਸਿਰਫ ਇੱਥੋਂ ਹੀ ਵੀ ਇਹ ਗੁਰਬਾਣੀ ਦਾ ਆ ਸ਼ਬਦ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬੋਲਣਾ, ਵਿਆਕਰਣ ਦੇ ਚੱਕਰਾਂ 'ਚ ਪੈ ਜਾਈਏ, ਜ਼ਿਆਦਾ ਵੀ ਵਿਆਕਰਣ ਦੇ ਚੱਕਰਾਂ 'ਚ ਆਪਾਂ ਪੈ ਜਾਈਏ ਨਾ, ਤੇ ਉਹ ਵੀ ਫਿਰ ਜਿਹੜਾ ਹੈ ਨਾ ਸਾਡਾ ਮਨ ਜਿਹੜਾ ਸ਼ੰਕਿਆਂ 'ਚ ਪੈ ਜਾਂਦਾ, ਫਿਰ ਖੋਜ ਤਾਂ ਸ਼ੁਰੂ ਨਹੀਂ ਹੁੰਦੀ, ਖੋਜ ਤਾਂ ਹੋ ਹੀ ਨਹੀਂ ਸਕਦੀ। ਫਿਰ ਤਾਂ ਇਹ ਹੀ ਸੋਚੀ ਜਾਂਦਾ ਵੀ ਆ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬੋਲਣਾ ਚਾਹੀਦਾ ਸੀ। ਸੋ ਕੋਈ ਗੱਲ ਨਹੀਂ, ਗੁਰਬਾਣੀ ਦਾ ਉਚਾਰਨ ਆਪਾਂ ਸ਼ੁੱਧ ਹੀ ਕਰਨਾ ਹੈ, ਪਰ ਫਿਰ ਵੀ ਜੇ ਕਿਤੇ ਗਲਤ ਹੋ ਜਾਏ ਤੇ ਆਪਾਂ ਇੱਕ ਦੂਜੇ ਲਈ ਗੁੰਜਾਇਸ਼ ਰੱਖਣੀ ਹੁੰਦੀ ਹੈ। ਚਲੋ ਕੋਈ ਗੱਲ ਨਹੀਂ, ਵੀ ਭਾਵ ਆਪਾਂ ਸਮਝਣਾ ਹੁੰਦਾ ਵੀ ਇਹ ਕਹਿਣਾ ਕੀ ਚਾਹ ਰਿਹਾ। ਜਿਵੇਂ ਛੋਟਾ ਬੱਚਾ ਹੁੰਦਾ, ਤੋਤਲਾ ਬੋਲਦਾ, ਥੋੜੇ ਜਿਹੇ ਘੱਟ ਅੱਖਰ ਬੋਲਦਾ, ਆਪਣੇ ਜਿੰਨਾ ਸਿਆਣਾ ਨਹੀਂ ਹੁੰਦਾ, ਪਰ ਜਦੋਂ ਆ ਕੇ ਆਪਣੇ ਕੋਲ ਆਪ ਦੀ ਤੋਤਲੀ ਜੀ ਭਾਸ਼ਾ, ਆਪ ਦੀ ਭਾਸ਼ਾ ਦੇ ਵਿੱਚ ਕੋਈ ਗੱਲ ਜੀ ਕਰਦਾ, ਆਪਾਂ ਉਹਦਾ ਭਾਵ ਸਮਝ ਜਾਂਦੇ ਆ ਵੀ ਇਹ ਪਾਣੀ ਮੰਗਦਾ, ਰੋਟੀ ਮੰਗਦਾ, ਜਾਂ ਸਾਨੂੰ ਕਹਿੰਦਾ ਬਾਹਰ ਮੈਨੂੰ ਲੈ ਕੇ ਚੱਲ। ਆਪਾਂ ਉਹਦੇ ਅੱਖਰਾਂ ਪਾਸੇ ਨਹੀਂ ਜ਼ਿਆਦਾ ਧਿਆਨ ਦਿੰਦੇ। ਇਸੇ ਤਰੀਕੇ ਮਾਲਕ ਤਾਂ ਬਖਸ਼ਾਂਦੇ, ਉਹਨੂੰ ਨਹੀਂ ਕੋਈ ਮਹਿਸੂਸ ਹੁੰਦਾ, ਪਰ ਜਿਹੜਾ ਦੁਨਿਆਵੀ ਵਿਗਿਆਨੀ ਹੁੰਦੇ ਨੇ ਇਹਨਾਂ ਨੂੰ ਥੋੜਾ ਜਿਹਾ ਅਲਰਜੀ ਹੋ ਜਾਂਦੀ ਕਈ ਵਾਰ। ਕੋਈ ਗੱਲ, ਜਿਹੜਾ ਮਾਲਕ ਉਹ ਤਾਂ ਬਖਸ਼ਣ ਆ ਰਹੇ, ਇਸ ਕਰਕੇ ਆਪਾਂ ਨੂੰ ਜ਼ਿਆਦਾ ਆਪਾਂ ਇਹ ਹੀ ਰੱਖਣਾ ਹੁੰਦਾ ਮਨ ਦੇ ਵਿੱਚ ਵੀ ਜਿਹੜਾ ਇਹਦਾ ਕਹਿਣ ਦਾ ਮਤਲਬ ਢੰਗ ਕੀ, ਕਹਿਣਾ ਕੀ ਚਾਹ ਰਿਹਾ, ਉੱਥੋਂ ਤੱਕ ਜ਼ਿਆਦਾ ਆਪਾਂ ਸੀਮਿਤ ਰਹੀਏ। ਫਿਰ ਜਿਹੜਾ ਪਿਆਰ ਬਣਿਆ ਰਹਿੰਦਾ, ਕਿਉਂਕਿ ਜਿੰਨੇ ਆਪਾਂ ਮਾਲਕ ਦੀ ਖੋਜ ਕਰਨ ਵਾਸਤੇ ਆਪਾਂ ਇੱਕ ਦੂਜੇ ਤੋਂ ਲਾਹਾ ਲਵਾਂਗੇ ਨਾ, ਉਸ ਚੀਜ਼ ਦਾ ਤਾਂ ਫਾਇਦਾ ਹੈ ਵੀ ਅੰਦਰ ਬੈਠਣਾ ਕਿਵੇਂ। ਹੁਣ ਬੈਠਣ ਦਾ ਤਰੀਕਾ ਇਹ ਆ, ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਵੀ ਜਿਹੜੀ ਇਹ ਗੁਰਬਾਣੀ ਦੇ ਵਿੱਚ ਭਗਤੀ ਦੱਸੀ ਏ, ਇਹ ਅੱਖਰਾਂ ਤੋਂ ਬਾਅਦ ਜੋ ਨਾਦ ਦੀ ਆਵਾਜ਼ ਜਿਹਨੂੰ ਤੁਸੀਂ ਅੰਦਰੋਂ ਅੰਤਰਗਤ ਸੁਣਨਾ ਹੈ, ਉਹ ਨਾਦ ਦੀ ਆਵਾਜ਼ ਮਹਿਸੂਸ ਹੁੰਦੀ ਹੈ। ਮੈਂ ਕਹਿ ਦਿਆਂ ਟੀ ਟੀ ਪੀ ਪੀ, ਇਹ ਤਾਂ ਇੱਕ ਦੁਨਿਆਵੀ ਇਸ਼ਾਰਾ ਹੈ, ਪਰ ਜੋ ਆਵਾਜ਼ ਹੈ ਉਹ ਟੀ ਟੀ ਜਾਂ ਪੀ ਪੀ ਨਹੀਂ, ਇਹ ਤਾਂ ਮੈਂ ਇੱਕ ਇਸ਼ਾਰਾ ਦੇ ਰਿਹਾ। ਉਹ ਆਵਾਜ਼ ਤਾਂ ਇੱਕ ਬੜੇ ਹੀ ਆਨੰਦ ਦੀ ਆਵਾਜ਼ ਹੈ, ਮਾਲਕ ਦੇ ਪ੍ਰਕਾਸ਼ ਦੇ ਵਿੱਚੋਂ, ਮੁੱਖ ਦੇ ਵਿੱਚੋਂ ਨਿਕਲਦੀ ਆਵਾਜ਼ ਹੈ, ਮਾਲਕ ਦੀ ਖੁਦ ਦੀ ਆਵਾਜ਼, ਤੁਸੀਂ ਉਹ ਸੁਣ ਸਕਦੇ ਹੋ। ਤੇ ਉਹਨੂੰ ਅਸੀਂ ਬੜੇ ਆਦਰ ਦੇ ਨਾਲ ਸੁਣਨਾ, ਕਿਉਂਕਿ ਉਸੇ ਆਵਾਜ਼ ਨੇ, ਮਾਲਕ ਦੀ ਆਵਾਜ਼ ਨੇ, ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ, ਉਸੇ ਆਵਾਜ਼ ਨੇ ਤਾਂ ਸਾਡੇ ਜਨਮਾਂ ਜਨਮਾਂ ਦੀ ਮੈਲ ਲਾਉਣੀ ਹੈ। ਉਹਦੇ ਪ੍ਰਤੀ ਅਸੀਂ ਕਦਰ ਕਰਨਾ ਹੈ। ਜਿਹੜਾ ਅੰਮ੍ਰਿਤ ਰਸ ਸਾਡੇ ਮੁਖ ਦੇ ਵਿੱਚ ਆਉਂਦਾ ਹੈ, ਇਹ ਅੰਮ੍ਰਿਤ ਰਸ ਆਮ ਇਹ ਨਹੀਂ ਵੀ ਆਨੰਦ ਆ ਜਾਂਦਾ ਹੈ, ਨੀਂਦ ਆ ਜਾਂਦੀ ਹੈ, ਇਹ ਗੁਰਮੁਖੋ ਘੁੱਟਾਂ ਦੇ ਨਾਲ ਸਾਡੇ ਮੁਖ ਵਿੱਚ ਉਤਰਦਾ ਹੈ। ਇਹ ਆਪਾਂ ਜਿਹੜਾ ਅੰਦਰ ਅਨੁਭਵ ਹੈ, ਇਹ ਤੁਸੀਂ ਗੁਰਮੰਤਰ ਦਾ ਅਭਿਆਸ ਕਰਕੇ, ਸਭ ਤੋਂ ਪਹਿਲਾਂ ਜਿਹੜੇ ਨੇ ਗੁਰਮੰਤਰ ਦਾ ਅਭਿਆਸ ਇੰਨਾ ਕੁ ਕਰ ਲੈਣਾ ਹੁੰਦਾ ਕਿ ਤੁਹਾਡੇ ਤਨ ਨੂੰ ਖੁਮਾਰੀ ਚੜ ਜਾਵੇ। ਮਨ ਜਿਹੜਾ ਹੈ ਉਹ ਸਿਮਰਨ ਕਰਦਾ ਹੈ, ਕਿਹਦੇ ਦੁਆਰਾ? ਮੁਖ ਦੁਆਰਾ। ਅਸੀਂ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ
ਜੇ ਸਾਡੇ ਜ਼ਿਆਦਾ ਵਿਚਾਰ ਹੋਣ ਅਸੀਂ ਉੱਚੀ ਬੋਲਦੇ ਹਾਂ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਜਿਵੇਂ ਜਿਵੇਂ ਫਿਰ ਵਿਚਾਰ ਘਟਦੇ ਜਾਂਦੇ ਆ, ਅਸੀਂ ਸ਼ਬਦ ਨੂੰ ਸਹਿਜ ਵਿੱਚ ਲੈ ਕੇ ਆਉਣਾ ਹੁੰਦਾ। ਜੇ ਵਿਚਾਰ ਜ਼ਿਆਦਾ ਨੇ ਤਾਂ ਉੱਚੀ ਸਿਮਰਨ ਕਰਨ ਦੀ ਲੋੜ ਹੈ, ਜੇ ਵਿਚਾਰ ਘੱਟ ਨੇ ਤਾਂ ਫਿਰ ਉੱਚੀ ਸਿਮਰਨ ਨਹੀਂ ਕਰਨਾ। ਅਸੀਂ ਤਨ ਦਾ ਜ਼ੋਰ ਨਹੀਂ ਲਾਉਣਾ। ਜੇ ਵਿਚਾਰ ਘੱਟ ਹੋਣਗੇ ਤੁਸੀਂ ਉੱਚੀ ਸਿਮਰਨ ਕਰੋਗੇ, ਤਨ ਦਾ ਜ਼ੋਰ ਲੱਗੇਗਾ। ਜੇ ਵਿਚਾਰ ਜ਼ਿਆਦਾ ਹੋਣਗੇ ਤੁਸੀਂ ਉੱਚੀ ਸਿਮਰਨ ਕਰੋਗੇ ਤਾਂ ਤਨ ਜਿਹੜਾ ਜ਼ੋਰ ਮਹਿਸੂਸ ਨਹੀਂ ਕਰੇਗਾ। ਜਿੰਨੀ ਲੋੜ ਹੈ ਓਨਾ ਹੀ ਕਰਨਾ। ਜੇ ਮਨ ਸਹਿਜ ਹੈ, ਅਸੀਂ ਬੜੇ ਆਰਾਮ ਨਾਲ ਵਾਹਿਗੁਰੂ 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 ਆਰਾਮ ਨਾਲ। ਇਹ ਸਿਮਰਨ ਅਸੀਂ ਤਾਂ ਕਰਨਾ ਹੁੰਦਾ ਹੈ ਵੀ ਸਿਮਰਨ ਕਰਕੇ ਸਾਡੇ ਮਨ ਤੇ ਤਨ ਨੂੰ ਖੁਮਾਰੀ ਚੜੇ। ਇੱਕ ਜਿਵੇਂ ਨਸ਼ਾ ਕਰਕੇ, ਦੁਨਿਆਵੀ ਨਸ਼ਾ ਕਰਕੇ ਇੱਕ ਨਸ਼ੇੜੀ ਖੁਮਾਰੀ ਵਿੱਚ ਜਾਂਦਾ ਹੈ, ਇਹ ਅਸੀਂ ਨਾਮ ਦਾ ਜਪ ਜਪ ਕੇ ਨਾਮ ਦਾ ਨਸ਼ਾ ਕਰਦੇ ਕਰਦੇ ਮਨ ਤੇ ਤਨ ਨੂੰ ਸਹਿਜ ਵਿੱਚ ਲੈ ਜਾਣਾ। ਸਹਿਜ ਵਿੱਚ ਲੈ ਜਾਂਦੇ ਸਿਮਰਨ ਦਾ ਜਾਪ ਉਨੀ ਦੇਰ ਤੱਕ ਕਰਨਾ ਹੁੰਦਾ ਹੈ ਜਿੰਨੀ ਦੇਰ ਤੱਕ ਸਾਡਾ ਮਨ ਤਨ ਸਹਿਜ ਨਹੀਂ ਹੋ ਜਾਂਦੇ, ਸਾਡੇ ਦੁਨਿਆਵੀ ਵਿਚਾਰਾਂ ਪਾਸੋਂ ਸਾਡਾ ਧਿਆਨ ਨਹੀਂ ਹਟ ਜਾਂਦਾ। ਸਿਮਰਨ ਕਰਦੇ ਕਰਦੇ ਅਸੀਂ ਦੁਨੀਆ ਨੂੰ ਭੁੱਲ ਜਾਈਏ, ਸਿਮਰਨ ਕਰਦੇ ਕਰਦੇ ਅਸੀਂ ਵਿਚਾਰਾਂ ਨੂੰ ਭੁੱਲ ਜਾਈਏ, ਸਿਮਰਨ ਕਰਦੇ 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 ਇੰਨੀ ਸਹਿਜ ਚ ਚਲੇ ਜਾਏ ਕਿ ਤੁਸੀਂ ਸਿਮਰਨ ਕਰਦੇ ਆਪ ਦੀ ਜਿਹੜੀ ਆਵਾਜ਼ ਚੱਲਦੀ ਹੈ ਵਾਹਿਗੁਰੂ ਵਾਹਿਗੁਰੂ ਦੀ, ਉਹ ਵੀ ਭੁੱਲ ਜਾਓ। ਇੰਨੀ ਖੁਮਾਰੀ ਚ ਚਲੇ ਜਾਓ। ਜਿਉਂ ਹੀ ਖੁਮਾਰੀ ਚੜ੍ਹਦੀ ਜਾਵੇ ਤੁਹਾਡਾ ਸਰੀਰ ਹੈ ਬਿਲਕੁਲ ਆਨੰਦ ਅਵਸਥਾ ਵਿੱਚ ਚਲਾ ਜਾਵੇ। ਆਸਣ ਉਹ ਲਗਾਓ ਜਿਹਦੇ ਵਿੱਚ ਤੁਹਾਡਾ ਸਰੀਰ ਕੰਫਰਟ ਮਹਿਸੂਸ ਕਰਦਾ ਹੈ, ਆਨੰਦ ਮਹਿਸੂਸ ਕਰਦਾ ਹੈ, ਰਿਲੈਕਸ ਮਹਿਸੂਸ ਕਰਦਾ ਹੈ। ਭੋਏ ਤੇ ਬਹਿ ਜਾਓ, ਬੈੱਡ ਤੇ ਬਹਿ ਜਾਓ, ਕੁਰਸੀ ਤੇ ਬਹਿ ਜਾਓ, ਜਿਵੇਂ ਤੁਹਾਡਾ ਸਰੀਰ ਆਨੰਦ ਮਹਿਸੂਸ ਕਰਦਾ ਹੈ। ਕਈ ਗੁਰਮੁਖ ਐਸੇ ਨੇ, ਉਹ ਕਹਿੰਦੇ ਵੀ ਸਾਡੇ ਦਰਦ ਹੈ ਜਾਂ ਪਿੱਠ ਦੇ ਵਿੱਚ ਕੋਈ ਪ੍ਰੋਬਲਮ ਹੈ, ਢੋ ਲਾ ਕੇ ਬਹਿ ਸਕਦੇ। ਕਈ ਢੋ ਤੋਂ ਬਿਨਾਂ ਬਹਿਣਾ ਪਸੰਦ ਕਰਦੇ। ਸੋ ਬਹਿ ਜਾਓ, ਕਿਉਂਕਿ ਸਰੀਰ ਨੂੰ ਰਿਲੈਕਸ ਕਰਕੇ ਅਸੀਂ ਸਰੀਰ ਦੇ ਵਿੱਚੋਂ ਨਿਕਲਣਾ। ਨਿਕਲ ਕੇ ਇੱਧਰ ਨਹੀਂ ਵੀ ਮੈਂ ਸਰੀਰ ਚੋਂ ਨਿਕਲ ਗਿਆ, ਮੈਂ ਆਪਦੇ ਸਰੀਰ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ, ਮੈਂ ਬੈੱਡ ਨੂੰ ਵੇਖ ਰਿਹਾ ਸੀ ਜਾਂ ਮੈਂ ਕੰਧਾਂ ਨੂੰ, ਇਹ ਨਹੀਂ। ਸਰੀਰ ਚੋਂ ਨਿਕਲਣਾ ਸੁੰਨ ਚ, ਜਿਵੇਂ ਅਸੀਂ ਰਾਤ ਨੂੰ ਸੌਂ ਕੇ ਨਿਕਲ ਜਾਂਦੇ ਹਾਂ ਸਰੀਰ ਚੋਂ, ਉਸ ਤਰੀਕੇ ਨਿਕਲਣਾ, ਸੁੰਨ ਵਿੱਚ ਜਾਣਾ। ਇੰਨਾ ਸਰੀਰ ਨੂੰ ਸਹਿਜ ਦੇ ਵਿੱਚ ਲੈ ਜਾਓ ਸਿਮਰਨ ਕਰਦੇ ਹੋਏ ਕਿ ਤੁਸੀਂ ਆਵਾਜ਼ ਭੁੱਲ ਜਾਓ। ਜਦੋਂ ਖੁਮਾਰੀ ਚੜ੍ਹ ਜਾਏ ਉੱਥੇ ਫਿਰ ਨੀਂਦ ਵਿੱਚ ਨਹੀਂ ਜਾਣਾ, ਬਸ ਖੁਮਾਰੀ ਜੀ ਦੇ ਵਿੱਚ ਅੱਖਾਂ ਬੰਦ ਕਰਕੇ, ਨੇਤਰ ਬੰਦ ਤੁਹਾਡੇ ਅੱਖਾਂ ਅੱਗੇ ਸੋਨਾ, ਉੱਥੇ ਬਹਿ ਜਾਓ ਧਿਆਨ ਲਾ ਕੇ ਸੁੰਨ ਦੇ ਵਿੱਚ। ਸੁੰਨ ਚ ਭਾਵ ਅੱਖਾਂ ਦੇ ਅੱਗੇ ਕੁਝ ਨਹੀਂ ਵੇਖਦਾ, ਸੁੰਨ ਚ ਬਹਿ ਗਏ। ਕਿਤੇ ਮੱਥੇ ਤੇ ਜਾਂ ਕਿਤੇ ਸਰੀਰ ਦੇ ਪੁਆਇੰਟ 'ਚ ਅਸੀਂ ਧਿਆਨ ਨਹੀਂ ਲਾਉਣਾ, ਉਹਦੇ ਨਾਲ ਸਾਡੇ ਕਈ ਵਾਰੀ ਸਰੀਰ ਦਾ ਨੁਕਸਾਨ ਹੋ ਸਕਦਾ। ਇਹ ਅਸੀਂ ਗੱਲ ਯਾਦ ਰੱਖਣੀ ਆ। ਧਿਆਨ ਦੀ ਅਵਸਥਾ ਵਿੱਚ ਅਸੀਂ ਉਦੋਂ ਹੀ ਬੈਠਣਾ ਹੁੰਦਾ ਹੈ ਜਦੋਂ ਸਾਡੇ ਕੋਲ ਪੂਰੀ ਇੰਡੀਕੇਸ਼ਨਸ ਹੋਣ, ਜਾਂ ਸਾਡੇ ਕੋਲ ਕੋਈ ਟੀਚਰ, ਆਗੂ, ਸੰਤ ਸਾਡਾ ਸੰਪਰਕ ਵਿੱਚ ਹੋਵੇ। ਆਪ ਮੁਹਾਰੇ ਜਿਹੜਾ ਤੁਸੀਂ ਧਿਆਨ ਲਾਉਣ ਦੀ ਕੋਸ਼ਿਸ਼ ਮੰਨ ਲਓ ਕਰੋ, ਜਾਂ ਕੋਈ ਵਿਧੀ ਜੁਗਤ ਐਸੀ ਨਾ ਲਾਓ ਜਿਹਦੇ ਕਰਕੇ ਤੁਹਾਡੇ ਸਰੀਰ ਦਾ ਨੁਕਸਾਨ ਹੋ ਜਾਵੇ। ਉਹਦਾ ਫਿਰ ਕੋਈ ਜ਼ਿੰਮੇਵਾਰ ਨਹੀਂ ਹੈਗਾ, ਤੁਸੀਂ ਆਪ ਦੇ ਜ਼ਿੰਮੇਵਾਰ ਆਪ ਹੋਵੋਗੇ। ਹਮੇਸ਼ਾ ਪੂਰਨ ਟੀਚਰ, ਸੰਤ, ਗੁਰਮੁਖ ਜਿਹਨੇ ਪ੍ਰੈਕਟੀਕਲ ਕੀਤਾ ਹੈ, ਪੂਰੀਆਂ ਇੰਡੀਕੇਸ਼ਨਸ ਲੈ ਕੇ ਹੀ ਧਿਆਨ ਦਾ ਖੇਲ ਸ਼ੁਰੂ ਕਰੋ। ਆਪ ਮੁਹਾਰੇ ਆਪ ਦੀਆਂ ਸੋਚਾਂ ਮੁਤਾਬਕ ਕੋਈ ਧਿਆਨ ਨਾ ਲਾਓ, ਇਹਦੇ ਨਾਲ ਸਰੀਰ ਦਾ ਨੁਕਸਾਨ ਹੋ ਸਕਦਾ ਹੈ, ਪਗਲਾਪਨ ਆ ਸਕਦਾ ਹੈ, ਡਿਪਰੈਸ਼ਨ ਆ ਸਕਦਾ ਹੈ, ਨਾੜੀ ਫਟ ਸਕਦੀ। ਸੋ ਇਹ ਗੁਰਮੰਤਰ ਕਰਨ ਦੇ ਨਾਲ ਕੋਈ ਇਹਦੇ 'ਚ ਡਰ ਨਹੀਂ ਹੁੰਦਾ। ਗੁਰਮੰਤਰ ਤਾਂ ਹੀ ਕਰ ਕਰਕੇ ਇੰਨੀ ਸਹਿਜ 'ਚ ਚਲੇ ਜਾਣਾ ਹੁੰਦਾ ਕਿ ਸਰੀਰ ਨੂੰ ਤਾਂ ਅਸੀਂ ਭੁੱਲ ਜਾਈਏ, ਸੁੰਨ ਸੁੰਨ ਰਹਿ ਜਾਵੇ। ਜਦੋਂ ਸੁੰਨ 'ਚ ਅਸੀਂ ਬੈਠਦੇ, ਜਿਨ੍ਹਾਂ ਦੇ ਅੰਦਰ ਸ਼ਬਦ ਪ੍ਰਗਟ ਹੈ, ਫਿਰ ਚੜ੍ਹੀ ਹੋਈ ਖੁਮਾਰੀ ਵਿੱਚ ਜਦੋਂ ਤੁਸੀਂ ਸ਼ਬਦ ਸੁਣੋਗੇ ਤੇ ਸ਼ਬਦ ਤੁਹਾਨੂੰ ਸਰੀਰ ਤੋਂ ਵੱਖ ਕਰ ਦੇਗਾ। ਸ਼ਬਦ 10ਵੇਂ ਘਰ 'ਚ ਚੱਲਦਾ ਪਿਆ, ਸ਼ਬਦ ਚੌਥੀ ਸੁੰਨ 'ਚ ਚੱਲਦਾ ਪਿਆ। ਉਸ ਸੁੰਨ ਵਿੱਚ ਜਿੱਥੇ ਤੁਸੀਂ ਰਾਤ ਨੂੰ ਆਮ ਤੌਰ ਤੇ ਸੁਪਨ ਅਵਸਥਾ ਵਿੱਚ ਚਲੇ ਜਾਂਦੇ ਜੇ, ਉੱਥੇ ਨਾ ਕੋਈ ਤੁਸੀਂ ਸਾਹ ਲੈਂਦੇ ਜੇ, ਨਾ ਪਾਣੀ, ਨਾ ਅਗਨ ਹੁੰਦੀ ਹੈ। ਉੱਥੇ ਮਹਿਸੂਸ ਕਰਦੇ ਹੋ ਇੱਕ ਦੂਜੇ ਨੂੰ। ਉਸ ਅਵਸਥਾ ਵਿੱਚ ਸ਼ਬਦ ਨੇ ਲੈ ਕੇ ਜਾਣਾ। ਪਹਿਲੀ ਸਟੇਜ ਤੇ ਗੁਰਮੁਖਾਂ ਨੂੰ, ਕਈਆਂ ਨੂੰ ਵਿਚਾਰ ਚੱਲਦੇ ਨੇ, ਉਹ ਅਸੀਂ ਗੁਰਮੰਤਰ ਕਰ ਕਰਕੇ ਹੀ ਖਤਮ ਕਰਨੇ ਆ। ਕਈਆਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਜਦੋਂ ਫਿਰ ਨੀਂਦ ਆਉਂਦੀ, ਉਹ ਸ਼ਬਦ ਨੂੰ ਸੁਣਨਾ ਹੁੰਦਾ ਹੈ। ਜਦੋਂ ਨੀਂਦ ਨੂੰ ਉਦੋਂ ਹੀ ਅਸੀਂ ਖਤਮ ਕਰ ਸਕਦੇ ਹਾਂ ਜਦੋਂ ਸ਼ਬਦ ਸੁਣਨਾ ਆਰੰਭ ਹੋਵੇ। ਫਿਰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਹਿਜ ਸੁਣ ਦੇ ਘਾਟ ਤੇ ਬੈਠ ਕੇ ਸ਼ਬਦ ਸੁਣੋ ਵੱਧੋ ਵੱਧ।
ਸੁਣ ਦੇ ਘਾਟ ਤੇ ਬਹਿ ਕੇ ਜਦੋਂ ਸ਼ਬਦ ਸੁਣੋਗੇ ਉਹਦੇ 'ਚ ਨੀਂਦ ਜਿਹੜੀ ਖਤਮ ਹੋ ਜਾਏਗੀ। ਉਹ ਤਰੀਕੇ ਨਾਲ ਸੁਣੋ। ਨੇਤਰਾਂ 'ਚ ਧਿਆਨ ਲਾਓਗੇ ਤਾਂ ਨੀਂਦ ਆਏਗੀ, ਨੇਤਰਾਂ ਤੋਂ ਵੱਖ ਹੋ ਕੇ ਸੁਣੋਗੇ ਤਾਂ ਨੀਂਦ ਨਹੀਂ ਆਏਗੀ। ਨੀਂਦ ਤੇ ਸਰੀਰ ਇੱਕ ਪਾਸੇ ਰਹਿ ਜਾਂਦੇ ਆ ਤੇ ਸ਼ਬਦ ਮਨ ਇੱਕ ਪਾਸੇ ਹੋ ਜਾਂਦਾ, ਉੱਥੇ ਮਨ ਜਾਗਦਾ। ਇਹ ਨਾ ਹੋਵੇ ਵੀ ਇਕੱਲਾ ਇੱਕ ਟਾਈਮ ਹੀ ਅਸੀਂ ਸੁਣਨੇ ਆ ਤੇ ਨੀਂਦ ਆ ਜਾਂਦੀ। ਇਹਦੇ ਵਾਸਤੇ ਤੁਹਾਨੂੰ ਦਿਨ ਰਾਤ ਜਦੋਂ ਵੀ ਤੁਹਾਨੂੰ ਮੁੱਖ ਰੂਪ ਦੇ ਵਿੱਚ ਸਮਾਂ ਨਿਕਲਦਾ ਟਾਈਮ ਕੱਢਣਾ ਪਏਗਾ। ਇਹ ਪ੍ਰੇਮਾ ਭਗਤੀ ਹੈ, ਬੜੇ ਪ੍ਰੇਮ ਨਾਲ ਕਰਨੀ ਪੈਂਦੀ ਹੈ ਤੇ ਇਹਨੂੰ ਸੁਣ ਸੁਣ ਕੇ ਹੀ ਮਨ ਦੇ ਵਿੱਚ ਪ੍ਰੇਮ ਹੋ ਪੈਂਦਾ। ਜਦੋਂ ਕਿਰਪਾ ਹੋਈ ਤੇ ਸ਼ਬਦ ਦੇ ਵਿੱਚੋਂ ਤੁਹਾਨੂੰ ਉਹ ਅੰਮ੍ਰਿਤ ਮੁਖ ਮਿੱਠਾ ਅੰਮ੍ਰਿਤ ਰਸ, ਉਹ ਨਾਮ ਰਸ ਚੱਲ ਪੈਂਦਾ। ਉਹ ਕਿਹੜੇ ਪੁਆਇੰਟ ਤੇ ਚੱਲਦਾ? ਸੁਣ ਘਾਟ ਤੋਂ ਉੱਪਰ ਜਿੱਥੇ ਅੰਮ੍ਰਿਤਸਰ ਹੈ, ਤੁਹਾਡੇ ਮਸਤਕ ਦੇ ਨੀਚੇ ਪੁਆਇੰਟ ਜਿਹੜਾ ਇੱਕ ਬਣਦਾ ਅੰਮ੍ਰਿਤਸਰ ਦਾ, ਹਰਿਦੁਆਰ ਦਾ, ਤੀਰਥ ਦਾ, ਉਸ ਪੁਆਇੰਟ ਤੇ ਉਹਨੇ ਅੰਮ੍ਰਿਤ ਰਸ ਨੇ ਚੱਲਣਾ। ਔਰ ਉਸ ਤੋਂ ਬਾਅਦ ਫਿਰ ਪਦਮ ਤੇ ਅਸੀਂ ਬੈਠਦੇ ਹਾਂ ਜਿੱਥੇ ਪ੍ਰਕਾਸ਼ ਹੁੰਦਾ। ਫਿਰ ਪਦਮ ਤੋਂ ਉੱਪਰ ਕੇਸਗੜ੍ਹ ਦੇ ਨੀਚੇ ਬੈਠਾ ਜਾਂਦਾ। ਇਹ ਅੰਦਰਲੇ ਸਾਡੇ ਪੁਆਇੰਟ। ਪਹਿਲਾ ਪੁਆਇੰਟ ਪਰਾਗ ਦਾ ਹੈ, ਫਿਰ ਸਾਡੇ ਪੁਆਇੰਟ ਸੁੰਨ ਦਾ ਹੈ, ਫਿਰ ਅੰਮ੍ਰਿਤਸਰ ਦਾ ਹੈ, ਫਿਰ ਪਦਮ ਦਾ ਹੈ, ਉਸ ਤੋਂ ਬਾਅਦ ਫਿਰ ਸੱਚੇ ਮਹਿਲ ਦੇ ਦਰ ਦਾ ਹੈ, ਫਿਰ ਕੇਸਗੜ੍ਹ ਦਾ ਹੈ, ਫਿਰ ਸਾਡੇ ਸਭ ਤੋਂ ਉੱਪਰ ਸੱਚੇ ਮਹਿਲ ਤੋਂ ਉੱਪਰ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਤਾਲੂ ਦੇ ਪਾਸ ਜਾ ਕੇ ਉੱਥੇ ਇਹ ਅੰਦਰ ਪੁਆਇੰਟ ਮੁਕਰਰ ਕਰ ਦਿੱਤੇ। ਆਪ ਮੁਹਾਰੇ ਤੁਸੀਂ ਇਹਨਾਂ ਦੇ ਵਿੱਚ ਨਹੀਂ ਜਾ ਸਕਦੇ। ਤੁਹਾਨੂੰ ਇੱਕ ਟੀਚਰ ਸੰਤ ਗੁਰਮੁਖਾਂ ਦੀ ਲੋੜ ਹੈ ਜਿਹੜਾ ਪ੍ਰੈਕਟੀਕਲ ਕਰਦੇ, ਜੋ ਅਭਿਆਸੀ ਹੈ। ਜਿਹੜਾ ਖੁਦ ਨਹੀਂ ਅਭਿਆਸੀ ਉਹ ਦੂਜੇ ਨੂੰ ਨੁਕਸਾਨ ਕਰ ਸਕਦਾ। ਸੋ ਇਸ ਕਰਕੇ ਇਹ ਖੇਡ ਇੰਨਾ ਵੀ ਸੌਖਾ ਨਹੀਂ ਵੀ ਆਪਾਂ ਕਹਿ ਦਈਏ ਵੀ ਮਾੜਾ ਮੋਟਾ ਜੀ ਅੱਧਾ ਪੌਣਾ ਘੰਟਾ ਅਭਿਆਸ ਕਰਕੇ ਤੁਸੀਂ ਗੱਲ ਬਣਾ ਲਓ। ਇਹਨੂੰ ਸਮਾਂ ਦੇਣਾ ਪੈਂਦਾ। ਦਿਨੇ ਤੁਹਾਡਾ ਕਰਮ ਹੈ, ਕਰਮ ਦੇ ਨਾਲ ਤੁਸੀਂ ਗੁਰਮੰਤਰ ਦਾ ਅਭਿਆਸ ਕਰੋ। ਰਾਤ ਨੂੰ ਤੁਹਾਡੇ ਕੋਲ ਫਿਰ ਜਦੋਂ ਵੇਲ ਹੁੰਦੀ ਹੈ ਉਦੋਂ ਸਮਾਂ ਬਣਾਓ, ਅੰਮ੍ਰਿਤ ਵੇਲੇ ਸਮਾਂ ਬਣਾਓ। ਜਦੋਂ ਫਿਰ ਤੁਸੀਂ ਇਹ ਤਰੀਕਾ ਸਿੱਖ ਗਏ, ਫਿਰ ਤਾਂ ਰਾਤ ਨੂੰ ਸਰੀਰ ਤੋਂ ਵੱਖ ਹੋਏ ਸ਼ਬਦ 'ਚ ਸਮਾਏ ਤੇ ਤੁਸੀਂ ਅੰਤਰਗਤ ਦੀ ਖੇਡ ਨੂੰ ਖੇਡਦੇ ਰਹੋਗੇ। ਪਰ ਦਿਨ ਦੇ ਵਿੱਚ ਕਰਮ ਦੇ ਨਾਲ ਸਿਮਰਨ ਕਰਨਾ ਤੇ ਬੈਠ ਕੇ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਸਾਡੇ ਸਵਾਸ ਜਮ੍ਹਾਂ ਹੁੰਦੇ ਆ ਤੇ ਮਨ ਦੇ ਵਿੱਚ ਪਾਵਰ ਪੈਂਦੀ ਹੈ। ਜੇ ਤਾਂ ਅਸੀਂ ਸ਼ਬਦ ਸਹਿ ਸੁਣ ਦੇ ਘਾਟ ਤੇ ਸੁਣ ਲੈਂਦੇ ਹਾਂ ਤੇ ਠੀਕ ਹੈ, ਨਹੀਂ ਤਾਂ ਫਿਰ ਨਾਭ ਘਾਟ ਤੇ ਬੈਠ ਕੇ ਅਸੀਂ ਸ਼ਬਦ ਪਹਿਲੀ ਸਟੇਜ ਤੇ ਸੁਣਨਾ ਹੁੰਦਾ। ਪ੍ਰੈਕਟੀਕਲ ਉਦੋਂ ਸ਼ੁਰੂ ਹੋਏਗਾ ਜਦੋਂ ਤੁਸੀਂ ਗੁਰਮੰਤਰ ਕਰਦੇ ਕਰਦੇ ਆਪ ਦੇ ਅੰਤਰਗਤ ਬਿਲਕੁਲ ਹਨੇਰੇ ਵਿੱਚ ਉਤਰ ਜਾਓ। ਬਿਲਕੁਲ ਤੁਹਾਨੂੰ ਪਤਾ ਨਾ ਰਵੇ ਮੇਰੀਆਂ ਅੱਖਾਂ ਕੀ ਨੇ, ਮੇਰੇ ਮੱਥਾ ਕੀ ਹੈ। ਹੁਣ ਕਈ ਤਾਂ ਬਹੁਤ ਜ਼ੋਰ ਲਾਈ ਜਾਂਦੇ ਨੇ ਸਿਮਰਨ ਕਰ ਕਰਕੇ ਤੇ 2 ਘੰਟੇ ਅੰਨ੍ਹੇਵਾਹ ਸਿਮਰਨ ਕਰ ਲਿਆ। ਉਹ ਵੀ ਇੱਕ ਲੋੜ ਹੁੰਦੀ। ਪਹਿਲੀ ਸਟੇਜ ਤੇ ਯੁੱਧ ਕਰਨਾ, ਉੱਚੀ ਕਰਨਾ ਜ਼ਰੂਰੀ ਹੈ, ਪਰ ਉਹਨੂੰ ਆਦਤ ਨਹੀਂ ਬਣਾ ਲੈਣਾ ਹੁੰਦਾ। ਕਈ ਗੁਰਮੁਖ ਤਾਂ ਐਸੇ ਨੇ ਉਹਨਾਂ ਦੀ ਤਾਂ ਆਦਤ ਬਣ ਗਈ ਹੈ, ਜੇ ਹੁਣ ਉੱਚੀ ਸਿਮਰਨ ਨਾ ਕਰਨ ਉਹਨਾਂ ਦਾ ਧਿਆਨ ਹੀ ਨਹੀਂ ਲੱਗਦਾ। ਕਿਉਂ? ਯੁੱਧ ਗੁਰਮੰਤਰ ਯੁੱਧ ਅਸੀਂ ਤਾਂ ਕਰਦੇ ਹਾਂ ਵੀ ਅਸੀਂ ਦੂਸਰੇ ਤੋਂ ਜਿੱਤ ਸਕੀਏ। ਜਦੋਂ ਦੂਸਰੀ ਫੌਜ ਨੂੰ ਜਿੱਤ ਜਾਈਏ ਤੇ ਫਿਰ ਠਹਿਰ ਕੱਢਣੇ ਜ਼ਰੂਰੀ ਨਹੀਂ ਹੁੰਦੇ। ਹੁਣ ਜਦੋਂ ਅਸੀਂ ਜਿੱਤ ਲਿਆ, ਯੁੱਧ ਦੀ ਜਿੱਤ ਕੀ ਹੈ? ਸਾਡੇ ਅੰਦਰ ਸ਼ਬਦ ਤੇ ਅੰਮ੍ਰਿਤ ਰਸ ਆ ਗਿਆ ਤੇ ਫਿਰ ਅਸੀਂ ਵਾਰ-ਵਾਰ ਕਿਉਂ ਯੁੱਧ ਕਰਨਾ? ਫਿਰ ਐਵੇਂ ਹੀ ਅਗਲੇ ਨੂੰ ਧੱਕੇ ਨਾਲ ਜਾ ਕੇ ਪੰਜਾਂ ਨਾਲ ਲੜੀ ਜਾਓ ਤੇ ਉਹ ਵਿਚਾਰ ਦਿੱਤੀ ਜਾਣਗੇ, ਤੁਸੀਂ ਲੜੀ ਜਾਓ, ਉੱਥੇ ਲੜਾਈਆਂ ਹੀ ਕਰੀ ਜਾਓ। ਯੁੱਧ ਕਰਨ ਤੋਂ ਬਾਅਦ ਫਿਰ ਸਹਿਜ ਸਿਮਰਨ, ਸਵਾਸਾਂ ਨਾਲ ਸਿਮਰਨ ਕਰਨਾ ਹੁੰਦਾ। ਤੇ ਇਸ ਕਰਕੇ ਜੇ ਇੰਨਾ ਉੱਚੀ ਅਸੀਂ ਸਿਮਰਨ ਕਰਾਂਗੇ ਫਿਰ ਸੁਣ 'ਚ ਬੈਠਾਂਗੇ, 5-10 ਮਿੰਟ ਤਾਂ ਸੁਣ 'ਚ ਪਵੇਗਾ, ਫਿਰ ਫੁਰਨੇ ਚੱਲ ਪੈਣਗੇ। ਸੋ ਜਿਹੜਾ ਯੁੱਧ ਹੈ, ਯੁੱਧ ਤੋਂ ਭਾਵ ਉੱਚੀ ਸਿਮਰਨ ਹੈ, ਇਹ ਪਹਿਲੀ ਸਟੇਜ ਤੇ ਸ਼ਬਦ ਨਾ ਚੱਲਣ ਤੇ, ਅੰਮ੍ਰਿਤ ਰਸ ਨਾ ਹੋਣ ਤੇ, ਦਰਸ਼ਨ ਨਾ ਹੋਣ ਤੇ ਕਰਨਾ ਹੁੰਦਾ। ਜਦੋਂ ਸਾਡੀ ਸ਼ਬਦ ਨਾਲ ਟੁੱਟੀ ਗੰਢੀ ਜਾਂਦੀ, ਅੰਮ੍ਰਿਤ ਰਸ ਆ ਜਾਂਦਾ, ਫਿਰ ਯੁੱਧ ਨਹੀਂ ਕਰਨਾ, ਸਹਿਜ ਸਿਮਰਨ ਕਰਨਾ, ਸਵਾਸਾਂ ਨਾਲ ਸਿਮਰਨ ਕਰਨਾ, ਸੁਰਤ ਸਿਮਰਨ ਕਰਨਾ। ਉਹ ਪੁੱਛਣਾ ਹੈ ਵੀ ਕਿਵੇਂ ਕਰਨਾ ਸੁਰਤ ਸਿਮਰਨ। ਫਿਰ ਸੁਣ 'ਚ ਬੈਠਣਾ ਹੁੰਦਾ, ਸੁਣ ਭਗਤੀ। ਪਹਿਲੀ ਸਟੇਜ ਹੈ ਸਿਮਰਨ ਦੀ, ਧੁਨ ਵਿੱਚ ਧਿਆਨ ਲਾ ਕੇ ਕਰਨਾ। ਫਿਰ ਸਿਮਰਨ ਸੁਣ ਵਿੱਚ ਧਿਆਨ ਲਾ ਕੇ ਕਰਨਾ। ਪਹਿਲੋਂ ਆਪ ਦੀ ਆਵਾਜ਼ ਵਿੱਚ ਧਿਆਨ ਲਾ ਕੇ ਕਰਨਾ ਹੁੰਦਾ, ਸੁਣ 'ਚ ਨਹੀਂ ਧਿਆਨ ਰੱਖਣਾ। ਜਦੋਂ ਯੁੱਧ ਜਿੱਤ ਲਿਆ ਫਿਰ ਸੁਣ ਵਿੱਚ ਧਿਆਨ ਲਾ ਕੇ ਸਿਮਰਨ ਕਰਨਾ। ਉਸ ਤੋਂ ਬਾਅਦ ਫਿਰ ਸਿਮਰਨ ਦੀ ਸਟੇਜ ਤੋਂ ਉੱਪਰ ਉੱਠ ਕੇ ਇਕੱਲਾ ਧਿਆਨ ਵਿੱਚ ਆ ਜਾਣਾ ਹੁੰਦਾ। ਉੱਥੇ ਫਿਰ ਸਿਮਰਨ ਦੀ ਲੋੜ ਨਹੀਂ ਹੁੰਦੀ। ਉੱਥੇ ਫਿਰ ਨਾਮ ਵਿੱਚ ਧਿਆਨ ਰੱਖ ਕੇ ਭਗਤੀ ਕਰਨੀ ਹੁੰਦੀ। ਉੱਥੇ ਵਿਚਾਰ ਫਿਰ ਸਾਨੂੰ ਕੋਈ ਨਹੀਂ ਆਉਂਦਾ। ਇਹ ਵਿਚਾਰ ਖਤਮ ਹੋ ਜਾਂਦੇ ਨੇ, ਬ੍ਰਹਮ ਦਾ ਖੇਡ ਚੱਲ ਪੈਂਦਾ। ਫਿਰ ਜਦੋਂ ਨਾਮ ਦੀ ਭਗਤੀ ਉਦੋਂ ਪੂਰਨ ਹੁੰਦੀ ਜਦੋਂ ਸਾਡੇ ਜੋਤ ਪ੍ਰਗਟ ਹੋ ਜਾਂਦੀ, ਬਾਹਰ ਤੇ ਅੰਦਰ ਜੋਤ ਦਾ ਇੱਕ ਪਰਛਾਵਾਂ ਹੋ ਜਾਂਦਾ।
फिर साडी भगती मुकम्मल मन्नी जाती। फिर उस तो बाद असीं नाद तो बाद सच की असीं प्रेमा भगती देख देख के करनी होंदी, जिन्हों कहते जाके भगत आनंद में, जाके भगत को ना ही खै, जाके भगत को ना ही भै, जाके भगत की सदा जय। कौन उपमा तेरी कही जाए, सुख दाता प्रभ रहे समाए। नानक जाचे एक दान कर किरपा मोए देओ नाम। ये नाम अंदरला मंगਿਆ ਜਿਹੜਾ ਤੁਹਾਡੇ ਅੰਦਰ ਧੁਨ ਚੱਲਦੀ ਲਗਾਤਾਰ। ਬਾਹਰ ਫਿਰ ਅਸੀਂ ਜਦੋਂ ਦੁਨਿਆਵੀ ਤੌਰ ਤੇ ਆਉਨੇ ਆ, ਉਠਤ ਬੈਠਤ ਸੋਵਤ ਵਾਹਿਗੁਰੂ ਕਰਨੇ ਆ, ਮਾਲਕ ਦੀ ਉਸਤਤ ਕਰਨੇ ਆ, ਗੁਰਬਾਣੀ ਗੁਰੂ ਪੜ੍ਹਨੇ ਆ, ਨਿਤਨੇਮ ਦਾ ਅਭਿਆਸ ਕਰਦੇ ਆ, ਕਥਾ ਵਿਚਾਰਾਂ ਕਰਦੇ ਆ। ਇਹ ਸਾਡੇ ਲੋਕ ਦੇ ਵਿੱਚ, ਇਸ ਦੁਨੀਆ ਦੇ ਵਿੱਚ ਸਾਡੇ ਤਨ ਦੀ ਕੀਰਤ ਦੱਸੀ ਹੋਈ ਹੈ। ਗੁਰਬਾਣੀ ਪੜ੍ਹਨਾ, ਗੁਰਮੰਤਰ ਕਰਨਾ, ਗੁਰਮੁਖਾਂ ਦੇ ਸੰਗ ਵਿੱਚ ਜਾਣਾ, ਸਤ ਸੰਗਤ ਕਰਨਾ। ਜਦੋਂ ਅਸੀਂ ਅੰਤਰਗਤ ਹੋ ਜਾਂਦੇ ਆ, ਫਿਰ ਇੱਧਰ ਇਹ ਖੇਡ ਉਲਟ ਜਾਂਦਾ। ਉੱਥੇ ਅਸੀਂ ਫਿਰ ਨਿਤਨੇਮ, ਸਿਮਰਨ, ਗੁਰਬਾਣੀ, ਸਤ ਸੰਗਤ, ਗੁਰਦੁਆਰਾ, ਮੰਦਰ, ਮਸਜਿਦ, ਇਹਨਾਂ ਨੂੰ ਸਭ ਨੂੰ ਛੱਡ ਕੇ ਉਲਟਾ ਕੇ ਅੰਤਰਗਤ ਸੁਰਤ ਅਵਸਥਾ ਵਿੱਚ ਜਾ ਕੇ ਫਿਰ ਅਸੀਂ ਸੁਖਮਨ ਦੇ ਵਿੱਚ ਜਿਹੜਾ ਸ਼ਬਦ ਚੱਲਦਾ ਹੈ ਉਹਦੇ ਵਿੱਚ ਸਮਾ ਕੇ ਫਿਰ ਇਹ ਸੁਖਮਨ ਦਾ ਸ਼ਬਦ ਵੀ ਛੱਡਣਾ ਹੁੰਦਾ ਹੈ। ਉੱਪਰ ਫਿਰ ਜਿਹੜਾ ਸੱਚੇ ਮਹਿਲ ਵਿੱਚ ਸ਼ਬਦ ਚੱਲਦਾ ਪਿਆ ਉਹ ਇਸੇ ਹੀ ਸ਼ਬਦ ਦੇ ਨਾਲ ਅਟੈਚ ਹੈ। ਸ਼ਬਦ ਇੱਕ ਹੀ ਹੈ, ਉਹੀ ਸੁਖਮਨ 'ਚ ਚੱਲਦਾ ਪਿਆ, ਉਹੀ 10ਵੇਂ ਘਰ 'ਚ, ਉਹੀ ਸੱਚੇ ਮਹਿਲ ਤੱਕ ਜਾਂਦਾ ਪਿਆ। ਪਰ ਸਾਡੀ ਅਵਸਥਾ ਫਿਰ ਕਿੱਥੋਂ ਤੱਕ ਹੈ? ਪਹਿਲੋਂ ਸੁਖਮਨ ਤੱਕ ਅਸੀਂ ਸੁਣਨੇ ਆ, ਫਿਰ 10ਵੇਂ ਘਰ ਦੇ ਵਿੱਚ ਫਿਰ ਸੱਚੇ ਮਹਿਲ ਵਿੱਚ ਜਾ ਕੇ ਸ਼ਬਦ ਸਮਾ ਗਿਆ, ਉੱਥੇ ਫਿਰ ਅਸੀਂ ਧਿਆਨ ਦੇ ਅਵਸਥਾ ਵਿੱਚ ਹੋ ਜਾਣਾ ਹੁੰਦਾ। ਇਹੀ ਸ਼ਬਦ ਖੱਟ ਚੱਕਰਾਂ ਵਿੱਚ ਚੱਲਦਾ, ਇਹੀ ਖੱਟ ਚੱਕਰਾਂ ਤੋਂ ਬਾਹਰ ਚੱਲਦਾ। ਇਹ ਫਿਰ ਅਸੀਂ ਆਪ ਦੀ ਅਵਸਥਾ ਵਿੱਚ ਬੈਠਣਾ ਹੁੰਦਾ। ਇਹ ਸਾਰੀ ਸ਼ੁਰੂ ਜਿਹੜੀ ਪ੍ਰੈਕਟੀਕਲ ਤੁਹਾਡਾ ਹੋਵੇਗਾ ਗੁਰਮੰਤਰ ਤੋਂ। ਪਹਿਲੋਂ ਬੈਠ ਕੇ ਵੀ ਕਰਨਾ ਪੈਂਦਾ, ਤੁਰਦੇ ਫਿਰਦੇ ਵੀ। ਫਿਰ ਜਿਵੇਂ ਜਿਵੇਂ ਆਨੰਦ ਬਣਨ ਲੱਗ ਗਿਆ ਤੇ ਉਵੇਂ ਆਨੰਦ ਦੇ ਵਿੱਚ ਫਿਰ ਆਨੰਦ ਤੋਂ ਭਾਵ ਹੈ ਸਿਮਰਨ ਕਰਦੇ ਕਰਦੇ ਸੁੰਨ ਅਵਸਥਾ ਵਿੱਚ ਉਤਰ ਜਾਣਾ, ਵਿਚਾਰਾਂ ਤੋਂ ਰਹਿਤ ਹੋ ਜਾਣਾ, ਸਰੀਰ ਨੂੰ ਭੁੱਲਣਾ ਸਿੱਖਣਾ, ਸੌਣਾ ਸਿੱਖਣਾ, ਔਰ ਸਿਮਰਨ ਕਰਨ ਦੀ ਫਿਰ ਉਹ ਹੀ ਸਟੇਜਾਂ ਅੱਗੇ ਜਿਹੜੀਆਂ ਚੱਲ ਪੈਂਦੀਆਂ ਨੇ। ਫਿਰ ਉਹ ਤੁਹਾਨੂੰ ਆਨੰਦ ਅੰਦਰ ਚੱਲ ਪਏਗਾ। ਆਓ ਫਿਰ ਥੋੜ੍ਹਾ ਜਿਹਾ ਅਭਿਆਸ ਆਪਾਂ ਕਰੀਏ ਤਾਂ ਕਿ ਤੁਸੀਂ ਵੀ ਫਿਰ ਹੁਣ ਇਹ ਸਮਾਂ ਕੱਢਿਆ ਕਰੋ। ਜਿਹੜੇ ਗੁਰਮੁਖਾਂ ਦੇ ਅੰਦਰ ਸ਼ਬਦ ਚੱਲ ਪਿਆ ਉਹ ਸਿਮਰਨ, ਥੋੜ੍ਹਾ ਸਿਮਰਨ ਕਰਕੇ ਉਸ ਤੋਂ ਬਾਅਦ ਸ਼ਬਦ ਦੇ ਵਿੱਚ ਸਮਾ ਕੇ ਸੁੰਨ ਘਾਟ ਤੇ ਬੈਠ ਕੇ ਸੁੰਨ 'ਚ ਧਿਆਨ ਲਾ ਕੇ ਸ਼ਬਦ ਸੁਣੋ। ਮੁੱਖ ਨੂੰ ਉਰਧ ਅਵਸਥਾ ਵਿੱਚ ਲਿਜਾ ਕੇ ਤੁਸੀਂ ਸ਼ਬਦ ਸੁਣੋਗੇ ਤੇ ਫਿਰ ਤੁਹਾਡੇ ਅੰਦਰ ਕਿਰਪਾ ਹੋ ਜਾਏਗੀ। ਜਿਵੇਂ ਕੋਈ ਵਿਚਾਰ ਆਉਂਦਾ ਹੈ, ਪਹਿਲੀ ਗੱਲ ਤਾਂ ਆਉਣਾ ਨਹੀਂ ਚਾਹੀਦਾ। ਜੇ ਤੁਸੀਂ ਪਾਉਣ ਨੂੰ ਬਿਲਕੁਲ ਸਮ ਕਰਕੇ ਜਾਂ ਪਾਉਣ ਤੋਂ ਟੁੱਟ ਕੇ ਸ਼ਬਦ ਸੁਣੋਗੇ, ਵਿਚਾਰ ਨਹੀਂ ਆਏਗਾ। ਜੇ ਵਿਚਾਰ ਆਉਂਦਾ ਤੇ ਤੁਹਾਡਾ ਪਾਉਣ ਨਾਲ ਸੰਪਰਕ ਹੈ, ਉੱਥੇ ਫਿਰ ਤੁਸੀਂ ਅੰਤਰਗਤ ਸੁਰਤ ਨਾਲ ਸਿਮਰਨ ਕਰ ਲਿਆ ਕਰੋ। ਜਿਵੇਂ ਜਿਵੇਂ ਸ਼ਬਦ ਨੂੰ ਸੁਣੋਗੇ, ਸੱਚ ਦੇ ਦਰਸ਼ਨ ਕਰੀ ਜਾਓਗੇ, ਤੁਸੀਂ ਵਿੱਚ ਸਮਾਉਂਦੇ ਜਾਓਗੇ। ਜਿਨ੍ਹਾਂ ਦੇ ਸ਼ਬਦ ਸੱਚ ਨਾਮ ਨਹੀਂ ਪ੍ਰਗਟ ਹੋਇਆ, ਅੰਮ੍ਰਿਤ ਨਹੀਂ ਪ੍ਰਗਟ, ਉਹ ਗੁਰਮੁਖ ਗੁਰਮੰਤਰ ਦਾ ਅਭਿਆਸ ਕਰਨ, ਉਠਤ ਬੈਠ ਸੋਵਤ ਜਾਗਤ ਕਰਨ, ਔਰ ਬੈਠ ਕੇ ਵੀ ਯੁੱਧ ਕਰਨ ਗੁਰਮੰਤਰ ਦੇ ਨਾਲ, ਇਸ ਪੰਜਾਂ ਦੇ ਨਾਲ ਯੁੱਧ ਕਰਨ, ਮਨ ਨੂੰ ਜਿੱਤਣ, ਤਾਂ ਕਿ ਫਿਰ ਅੰਦਰੋਂ ਖੇਲ ਪ੍ਰਗਟ ਹੋ ਜਾਏ। ਜਦੋਂ ਫਿਰ ਬਾਹਰੋਂ ਜੋਤ ਪ੍ਰਗਟ ਹੋ ਜਾਂਦੀ ਹੈ, ਫਿਰ ਸਿਰਫ ਦਰਸ਼ਨ ਹੀ ਰਹਿ ਜਾਂਦੇ ਨੇ। ਉੱਥੇ ਸਾਰੀ ਭਗਤੀ ਸਮਾਪਤ ਹੋ ਜਾਂਦੀ ਹੈ। ਕਿਉਂਕਿ ਜਿਹਦੇ ਲਈ ਅਸੀਂ ਵਾਹਿਗੁਰੂ ਜਪਦੇ ਪਏ ਸੀ, ਜਿਹਦੇ ਲਈ ਅਸੀਂ ਨਾਮ ਨੂੰ ਸੁਣਦੇ ਪਏ ਸੀਗੇ, ਜਿਹਦੇ ਕਰਕੇ ਵਿਰਾਗ ਕਰਕੇ ਜਗ੍ਹਾ ਜਗ੍ਹਾ ਘੁੰਮਦੇ ਪਏ ਸੀਗੇ, ਉਹ ਪ੍ਰਗਟ ਹੋ ਗਿਆ। ਫਿਰ ਜਦੋਂ ਪ੍ਰਗਟ ਹੀ ਹੋ ਗਿਆ ਤੇ ਫਿਰ ਉੱਥੇ ਦੱਸੋ ਵੀ ਕੀ ਕਰਨ ਦੀ ਲੋੜ ਹੈ? ਫਿਰ ਤਾਂ ਜਿਹੜਾ ਪ੍ਰਗਟ ਹੋ ਗਿਆ ਉਹਦੇ ਨਾਲ ਹੀ ਰਹਿਣਾ ਹੁੰਦਾ। ਜਿਹਨੂੰ ਕਹਿੰਦੇ ਨੇ ਬਾਰਸ ਬਾਰੈ ਉਗਵੈ ਸੂਰ, ਐਹਨਸ ਬਾਜੈ ਅਨਹਦ ਤੂਰ, ਦੇਖਿਆ ਤਿਹੂ ਲੋਕਾ ਪੀਓ, ਅਚਰਜ ਭਇਆ ਜੀਵ ਤੇ ਸੀਓ। ਕਹਿੰਦਾ ਫਿਰ ਤਿੰਨਾਂ ਲੋਕਾਂ ਦਾ ਪਿਓ ਹੀ ਜਦੋਂ ਦੇਖ ਲਿਆ, ਫਿਰ ਤਾਂ ਮਨ ਅਚਰਜ ਹੋ ਕੇ ਸਿਰਫ ਉਹਦੇ ਦਰਸ਼ਨ ਕਰਦਾ ਰਹਿੰਦਾ ਤੇ ਉਹਦੇ ਵਿੱਚ ਫਿਰ ਅਸੀਂ ਸਮਾਉਣਾ ਹੁੰਦਾ। ਉਹਨੂੰ ਵੇਖ ਵੇਖ ਕੇ ਅਸੀਂ ਸਮਾ ਸਕਨੇ ਹਾਂ, ਜੋਤ ਦੇ ਦਰਸ਼ਨ ਕਰ ਕਰਕੇ ਉਹਦੇ ਨਾਲ ਪਿਆਰ ਪੈ ਸਕਦੇ। ਆਓ ਫਿਰ ਜਿਹੜਾ ਮੂਲ ਗੁਰਮੰਤਰ ਹੈ ਇਹਦਾ ਆਪਾਂ ਅਭਿਆਸ ਕਰੀਏ। ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ
लंबा लंबा कर दे जो वाहिगुरु वाहिगुरु होर लंबा वाहिगुरु 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 वाहिगुरु। जदों लंबा करना आवाज भी घटाउणी है। मैं अगे कहा भी सिमरन करना है शरीर नूं छड्डण लई। तुसीं सिमरन नूं भगती ना समझो, भगती तो अंदरों नाम दी शुरू होनी है। आवाज नूं लंबा भी करना है सहज विच जाण लई, इनू थोड़ा भी करना है लंबा भी करना है। ऐसी जुगत जिवें एक बच्चे नूं लोरी दे के सवाया जांदा है, उवें शरीर नूं सिमरन कर करके शरीर सवाना है, मन जगाउणा है। करो और सहज जाते सिमरन करते करते सहज जाते। इस तो बाद फिर आपां श्वासां नाल सिमरन करना अंतरगत, फिर आपां सुन च ध्यान ला के बैठा। वाहिगुरु जी का खालसा वाहिगुरु जी की फतेह। इस तरीके जिवें आपां कीता है, ये आपां बैठना है फिर अंदर इंदी जिन्ना आपां सिमरन करके सहज दे विच जाके फिर शरीर नूं भुल के बैठांगे, फिर किरपा शुरू होगी। फिर अंदरों सुनना शुरू होंदा है, ते जिन्हां नूं सुणदा है उन्हां नूं वेखना शुरू होंदा, जिन्हां नूं वेखदा है वो समाउने शुरू हो जांदे ने। जिहड़े समा गए ने वो आनंद विच शुरू हो जांदे ने, जिहड़े आनंद विच ने वो एक हो जांदे ने, ते जिहड़े एक ने उन्हां दी तूं ते मैं खत्म हो जांदी है। ते जदों खत्म हो गया ते परमात्मा ही बन जांदा है। यही खेड है, इत्थों तक पहुंचना है। इन्ने विच ही मैं सारी निचोड़ दस दिता है, समझोगे तो समझ जाओगे। सो ये कल्ली गल्लां बातां वाली खेड नहीं। इस कथा दे विच कोई झगड़े दा, कोई धड़ियां दा, कोई जिदा जिदाई दा कोई है ही नहीं, कोई पॉइंट ही है। ये तो कथा है भी सुन के ते आनंदित हो जाना, अंदर आपदी अवस्था विच घुल मिल जाना। ये तो वो कथा है, अकथ कथा है भी। ये वो कथा है जिहड़ी उस अवस्था की कीती जाती है। अकथ जिंदा कथन नहीं हो सकता, ये उस अवस्था की कथा है। सो समझ लो भी की हो सकती, जिहड़ी अवस्था कथन नहीं ना हो सकती उनकी कथा है। सिर्फ इत्थे तक कीती जा सकती है, पर अगे तो फिर कथा है ही नहीं। जिथे तो सुन हो गई उत्थे तो कथा ही खत्म हो गई, उत्थों तो फिर ध्यान ही चलता है। सो ये तो सिर्फ सुन तक ले जाण दी कथा है। सुन तो अगे जिहड़ा नाद सच दा एरिया है, तो फिर ध्यान द्वारा तुसीं मान सकदे जी। सो गुरु किरपा करे, प्रैक्टिकल करया करो। आप दे ये जिहड़े तुहाडे पंज ने इन्हां नाल लड़िया करो, बाहरले जीवां नाल ना लड़िया करो। बाहर तो सब नाल प्यार करना है, धड़े खत्म करने ने, आपस दे विच जफियां पाउणियां ने, धर्म जातां नूं खत्म करना है। इस कथा का यह विस्तार है। तो जे कथा सुनन ते सुनाउण तो बावजूद भी धड़े बनते पे ने, जातां पातां बनदियां पियां ने, मतलब तुसीं बोलण वाला ये कथा सुनाउण वाला ही नहीं समझिया, दूजिआं नूं की समझाए। लड़ाई करनी है तो पंजां नाल करो, आपदे मन नाल करो। ते प्यार करना है तो मालक दे नाल करो। मालक दे दो ही रूप ने, एक सरगुण एक निर्गुण, एक दुनियावी एक प्रकाश। पहलो दुनियावी नाल प्यार करोगे तो प्रकाश दे तुहानूं आपे ही दर्शन हो जाने। बाकी जिन्हां ने कोई संपर्क करना हुंदा भाई, जे प्रैक्टिकल करना है तो कोई तो उद्यम करना पएगा। मेरा WhatsApp ते भी गल नहीं करनी, तो हुण गुरमुख आउण लग गए ने, इत्थे आ जाया करो, पुछ लिया करो, बह के प्रैक्टिकल या उत्थे आपदे घर या नगर विखे प्रबंध करोगे तो फिर ही गल बननी है। एवें तो कल्ला गल्लां बातां नाल ही
ਤੁਸੀਂ ਕਹੋ ਵੀ ਸਰ ਜਾ ਤੇ ਨਹੀਂ ਸਰਨਾ, ਇਹ ਤਾਂ ਸਮਾਂ ਦੇਣਾ ਪੈਂਦਾ ਮਨ ਨੂੰ, ਤੇ ਜਿੰਨਾ ਆਪਾਂ ਨੂੰ ਪਤਾ ਹੋਏਗਾ ਆਪਾਂ ਵਿਚਾਰਾਂ ਕਰਾਂਗੇ ਤੇ ਜੀਵਨ ਦਾ ਲਾਹਾ ਖੱਟੋ। ਕਿ ਜਦੋਂ ਫਿਰ ਅੰਦਰਲਾ ਖੇਲ ਚੱਲ ਪੈਂਦਾ ਸਾਰੇ ਕਾਰਜ ਆਪੇ ਰਾਸ ਹੋ ਜਾਂਦੇ ਨੇ। ਇਹੀ ਤੁਹਾਡਾ ਮਨੋਰਥ ਹੈ, ਅੰਦਰਲੇ ਖੇਲ ਨੂੰ ਪ੍ਰਗਟ ਕਰਨਾ। ਤੇ ਜੇ ਇਕੱਲੇ ਆਏ, ਕਰਮ ਕੀਤਾ, ਪੈਸਾ ਕਮਾਇਆ, ਖਵਾਇਆ, ਆਪ ਖਾਧਾ, ਦੂਜਿਆਂ ਨੂੰ ਖਵਾਇਆ, ਚਲੇ ਗਏ, ਤੇ ਉਹ ਤਾਂ ਫਿਰ ਪਸ਼ੂਆਂ ਵਾਲਾ ਹੀ ਕੰਮ। ਪਸ਼ੂ ਵੀ ਤਾਂ ਐਵੇਂ ਹੀ ਕਰਦੇ ਨੇ, ਜੰਮ ਪੈਂਦੇ ਨੇ, ਉੱਡਣਾ ਸਿੱਖ ਜਾਂਦੇ ਨੇ, ਆਲਣਾ ਪਾ ਲੈਂਦੇ ਨੇ, ਆਂਡਿਆਂ ਦੀ ਰਾਖੀ ਕਰ ਲੈਂਦੇ ਨੇ, ਚੋਗਾ ਆਪ ਖਾ ਲੈਂਦੇ ਨੇ, ਦੂਜਿਆਂ ਨੂੰ ਖਵਾ ਦਿੰਦੇ ਨੇ, ਹਨੇਰੀ ਝੱਖੜਾਂ ਤੋਂ ਬਚਣ ਲਈ ਆਲਣੇ ਵੱਡੇ ਕਰ ਲੈਂਦੇ ਨੇ, ਤੇ ਬਸ ਮਰ ਜਾਂਦੇ ਨੇ। ਉਵੇਂ ਹੀ ਹੈ ਵੀ ਖਾ ਲਿਆ, ਕਮਾ ਲਿਆ, ਬੱਚੇ ਜੰਮ ਲਏ, ਉਹਨਾਂ ਦੀ ਰਾਖੀ ਕਰ ਲਈ, ਆਲਣੇ ਵੱਡੇ ਕਰ ਲਏ, ਉਹਨਾਂ ਨੂੰ ਉੱਡਣਾ ਸਿਖਾਤਾ, ਆਪ ਉੱਡਣਾ ਸਿੱਖ ਕੇ ਤੇ ਬਸ ਚਲੇ ਗਏ। ਪਸ਼ੂਆਂ ਦੇ ਵਿੱਚ ਤੇ ਆਪਣੇ 'ਚ ਫਿਰ ਫਰਕ ਕੀ ਹੋਇਆ? ਇਹ ਤੁਹਾਨੂੰ ਜਾਮਾ ਮਿਲਿਆ ਪਰਮਾਤਮਾ ਦੀ ਖੋਜ ਕਰਨ ਵਾਸਤੇ। ਮੇਰੇ ਪਸ਼ੂਆਂ ਪੰਛੀਆਂ ਵਾਲੇ ਕੰਮ ਹੀ ਨਾ ਆਪਾਂ ਕਰੀਏ, ਫਿਰ ਤਾਂ ਦੂਜੀਆਂ ਜੂਨਾਂ ਸਾਡੇ ਤੋਂ ਬਿਹਤਰ ਨੇ। ਅਸੀਂ ਵੇਖੋ, ਅਸੀਂ ਤਾਂ ਫਿਰ ਜੇ ਕੰਮ ਵਾਲੀ ਵੀ ਗੱਲ ਕਰੀਏ ਨਾ ਤਾਂ ਵੀ ਅਸੀਂ ਮਾੜੇ ਹਾਂ। ਅਸੀਂ ਤਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਪਸ਼ੂਆਂ ਪੰਛੀਆਂ ਦੀ। ਉਹ ਆਪਦਾ ਕੰਮ ਵੀ ਕਰਦੇ ਨੇ ਤੇ ਬੜੇ ਡਿਸਿਪਲਿਨ ਦੇ ਵਿੱਚ ਵੀ ਰਹਿੰਦੇ ਨੇ, ਕੁਦਰਤ ਦਾ ਵੀ ਨਾਸ ਨਹੀਂ ਕਰਦੇ। ਇਹ ਵੀ ਗੱਲ ਵੀ ਉਹਨਾਂ ਨੇ ਜੇ ਆਪਦੇ ਆਲਣੇ ਬਣਾਉਣੇ ਨੇ, ਬੱਚੇ ਪਾਲਣੇ ਨੇ, ਤੇ ਉਹ ਕਿਸੇ ਦੂਜੇ ਨੂੰ ਤੰਗ ਨਹੀਂ ਕਰਦੇ। ਸਿਰਫ ਉਹਨਾਂ ਦਾ ਜਿੰਨਾ ਦਾਇਰਾ ਉੱਥੋਂ ਤੱਕ ਰਹਿੰਦੇ ਨੇ। ਤੇ ਅਸੀਂ ਤਾਂ ਦੇਖੋ ਬੱਚੇ ਵੀ ਪਾਲਦੇ ਪਏ ਆ ਤੇ ਆਪਦਾ ਕਰਮ ਵੀ ਕਰਨੇ ਤੇ ਕੁਦਰਤ ਦਾ ਵੀ ਨਾਸ਼ ਕਰੀ ਜਾਂਦੇ ਆ। ਜੇ ਦੇਖੀ ਜਾਈਏ ਨਾ, ਕਰੋੜਾਂ ਸਾਲਾਂ ਦੇ ਵਿੱਚ ਬਣੀ ਹੋਈ ਧਰਤੀ ਹੈ, ਪਤਾ ਨਹੀਂ ਕਿੰਨੇ ਯੁਗਾਂ ਦੇ, 4 ਯੁੱਗ ਦੀ ਕਿੰਨੀ ਉਮਰ ਹੈ, ਤੇ 4 ਯੁੱਗ ਸ਼ੁਰੂ ਹੋਣ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ, ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਯੁੱਗ ਮਹਾਰਾਜ ਸਮਾਧੀ ਲਾ ਕੇ ਇਹਨਾਂ ਤੱਤਾਂ ਨੂੰ ਤਿਆਰ ਕਰਦਾ। ਕਰੋੜਾਂ ਸਾਲਾਂ ਦੀ ਤਿਆਰ ਹੋਈ ਧਰਤੀ, ਤੇ ਤੁਸੀਂ ਹਿਸਾਬ ਲਾ ਲਓ ਵੀ ਆ 200-300 ਸਾਲ ਦੇ ਵਿੱਚ ਖਤਮ ਕਰਤੀ ਆਪਾਂ। ਜਦੋਂ ਦੀ ਸਾਇੰਸ ਨੇ ਤਕਨੀਕ ਕੀਤੀ ਹੈ, ਕਿਤੇ ਪਾਣੀ ਮੁੱਕ ਗਿਆ, ਕਿਤੇ ਰੁੱਖ ਮੁੱਕ ਗਏ ਨੇ, ਕਿਤੇ ਤੇਲ ਮੁੱਕ ਗਿਆ, ਖਣਿਜ ਮੁੱਕ ਗਏ ਨੇ, ਬੰਜਰ ਹੋ ਗਈ ਹੈ, ਕਿਤੇ ਅਸਮਾਨ ਵਿੱਚ ਪ੍ਰਦੂਸ਼ਣ ਹੋ ਗਿਆ, ਕਿਤੇ ਮਿੱਟੀ 'ਚ ਪ੍ਰਦੂਸ਼ਣ ਹੋ ਗਿਆ। ਹਜ਼ਾਰਾਂ ਸਾਲਾਂ ਦੇ ਰਤਨ ਬਣਿਆ ਹੋਇਆ। ਤੇ ਵੇਖੋ ਅਸੀਂ ਤਾਂ ਪਸ਼ੂਆਂ ਨਾਲੋਂ ਵੀ ਮਾੜੇ ਆ। ਉਹਨਾਂ ਦੇ ਰਹਿਣ ਬਸੇਰੇ ਵਿਚਾਰਿਆਂ ਦੇ ਉਜਾੜ ਤੇ, ਰੁੱਖ ਪੱਟ ਤੇ, ਮੀਂਹ ਅਸੀਂ ਖਤਮ ਕਰਤੇ। ਕੀ ਇੱਕ ਐਸਾ ਵੈਸ਼ੀ ਦਰਿੰਦਾ ਮਾਨਸ ਬਣ ਚੁੱਕਿਆ ਵੀ ਨਾਮ ਤੋਂ ਸਿਵਾਏ ਇਹਨੂੰ ਕੋਈ ਸੁਧਾਰ ਨਹੀਂ ਸਕਦਾ। ਖਤਰਨਾਕ, ਸਭ ਤੋਂ ਖਤਰਨਾਕ ਜਾਨਵਰ ਜਿਹੜਾ ਬੰਦਾ ਹੈ, ਜੋ ਇੰਨੇ ਸਾਲਾਂ ਦੀ ਬਣਾਈ ਹੋਈ ਧਰਤੀ ਕੁਦਰਤ ਨੇ ਪਤਾ ਨਹੀਂ ਕਿੰਨੇ ਇੱਕ ਸਹਿਜ ਦੇ ਵਿੱਚ ਜਾ ਕੇ ਤਪ ਕਰਕੇ ਧਰਤੀ, ਪਹਾੜਾਂ, ਸਮੁੰਦਰਾਂ ਨੂੰ ਬਣਾਇਆ ਸੀ। ਤੇ ਇੱਕ ਵੇਖੋ ਮਾੜੀ ਬਿਰਤੀ ਦੇ ਇਨਸਾਨ ਨੇ ਇਹਨੂੰ ਖਤਮ ਕਰਤਾ, ਤੇ ਆਉਣ ਵਾਲੇ ਸਮੇਂ ਵਿੱਚ ਨਾਸ਼ ਕਰ ਦੇਗਾ। ਇਹਦਾ ਨਾਸ਼ ਕਰੇਗਾ ਤੇ ਫਿਰ ਇਹਦਾ ਦਾ ਹੁਣ ਇਹਦੇ ਕੁਦਰਤ ਤੇ ਆਧਾਰ ਤੇ, ਕੁਦਰਤ ਦਾ ਹੀ ਜਦੋਂ ਨਾਸ਼ ਕਰਤਾ ਤੇ ਫਿਰ ਆਪ ਇਹਨੇ ਕਿੱਥੋਂ ਬਚਣਾ? ਆਪ ਨੂੰ ਤਾਂ ਖਤਮ ਕਰੇਗਾ ਹੀ, ਪਰ ਦੇਖੋ ਕੁਦਰਤ ਦੀ ਬਣਾਈ ਚੀਜ਼ ਨੂੰ ਵੀ ਡੋਬ ਰਹੇ। ਸੋ ਭਾਈ, ਜਿਹੜਾ ਤੁਹਾਡਾ ਮਨੋਰਥ ਹੈ ਨਾ, ਜੇ ਤੁਸੀਂ ਉਹ ਮਨੋਰਥ ਨੂੰ ਬੁੱਝ ਲਓਗੇ ਫਿਰ ਤੁਸੀਂ ਡਿਸਪਲਿਨ ਹੋ ਜਾਓਗੇ, ਤੁਸੀਂ ਵੀ ਸਹਿਜ ਵਿੱਚ ਆ ਜਾਓਗੇ, ਤੁਸੀਂ ਵੀ ਦਾਇਰੇ 'ਚ ਆ ਜਾਓਗੇ। ਹੁਣ ਤੁਸੀਂ ਮਨੋਰਥ ਨੂੰ ਨਹੀਂ ਬੁੱਝਿਆ, ਇਸ ਕਰਕੇ ਤੁਹਾਨੂੰ ਨਾ ਦਾਇਰੇ ਦਾ ਪਤਾ ਹੈ, ਨਾ ਤੁਹਾਨੂੰ ਪਤਾ ਵੀ ਰਹਿਣਾ ਕਿਵੇਂ, ਨਾ ਅਨੁਸ਼ਾਸਨ 'ਚ, ਨਾ ਡਿਸਪਲਿਨ ਕਿਸੇ ਵਿੱਚ, ਸਭ ਖਤਮ ਹੋਇਆ। ਤੁਹਾਡਾ ਮਨੋਰਥ ਹੈ ਮਾਲਕ ਦੀ ਖੋਜ ਕਰਨੀ, ਇਹਦੀ ਖੋਜ ਕਰੋ। ਇਹਦੀ ਖੋਜ ਕਰਦਿਆਂ ਮਨ ਇੰਨੀ ਨਿਰਮਲ ਤੇ ਸਹਿਜ ਹੋ ਜਾਂਦਾ ਹੈ ਵੀ ਜੀਵਨ ਵੀ ਜਿਉਣਾ ਆ ਜਾਂਦਾ, ਵੀ ਜਿਉਣਾ ਕਿਵੇਂ। ਹੁਣ ਤਾਂ ਸਾਡਾ ਜੀਵਨ ਜਿਉਣ ਦੀ ਜਿਹੜੀ ਖੇਲ ਹੈ ਨਾ, ਪਸ਼ੂਆਂ ਤੋਂ ਵੀ ਮਾੜੀ ਹੋਈ ਪਈ। ਸੋ ਇਹ ਵਿਚਾਰਿਆ ਕਰੋ, ਕੁਦਰਤ ਦੇ ਨਾਲ ਜਿਹੜਾ ਖਿਲਵਾੜ ਨਾ ਕਰੋ, ਕੁਦਰਤੀ ਚੀਜ਼ਾਂ ਨਾਲ ਜਿਹੜਾ ਇਹਨਾਂ ਨੂੰ ਬਚਾਓ, ਇਹਨਾਂ ਦੀ ਕਦਰ ਸਿੱਖੋ, ਨਹੀਂ ਤਾਂ ਬੜੇ ਭਿਅੰਕਰ ਜਿਹੜੇ ਨਤੀਜੇ ਸਾਹਮਣੇ ਆਉਣਗੇ। ਹਾਂਜੀ, ਇੰਨੇ ਬਚਨ ਨੇ, ਕਰਵਾਦਾ ਘਾਟਾ ਹੋਇਆ ਸੰਗਤ ਗੁਰੂ ਬਖਸ਼ਣ ਜੋ ਬਖਸ਼ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।